ਗੋਪਾਲ ਧੰਨ ਗੁਰਦੇਵ। ਧੰਨ ਗੋਪਾਲ ਧੰਨ ਗੁਰਦੇਵ। ਧੰਨ ਅਨਾਦ ਭੂਖੇ ਕਬਲ ਟਹਿਕੇਵ। ਧੰਨ ਓਏ ਸੰਤ ਜਿਨ ਐਸੀ ਜਾਨੀ, ਤਿਨ ਕੋ ਮਿਲਬੋ ਸਾਰੰਗ ਪਾਨੀ। ਆਦ ਪੁਰਖ ਤੇ ਹੋਏ ਅਨਾਦ, ਜਪੀਐ ਨਾਮ ਅਨ ਕੈ ਸਾਧ ਰਹਾਉ। ਜਪੀਐ ਨਾਮ ਜਪੀਐ ਅਨ, ਜਪੀਐ ਨਾਮ ਜਪੀਐ ਅਨ। ਅਭੈ ਕੈ ਸੰਗ ਨੀਕਾ ਬਾਨੋ, ਅੰਨ੍ਹੇ ਬਾਹਰ ਜੋ ਨਰ ਹੋਵੇ। ਤੀਨ ਭਵਨ ਮੈਂ ਆਪਣੀ ਖੋਵੇ, ਛੋਡੇ ਅਨ ਕਰੇ ਪਖੰਡ। ਨਾਉ ਸੁਹਾਗਣ ਨਾਉ ਰੰਡ, ਛੋਡੇ ਅਨ ਕਰੇ ਪਖੰਡ। ਨਾਉ ਸੁਹਾਗਣ ਨਾਉ ਰੰਡ, ਜਗ ਮੈਂ ਬਕਤੇ ਦੂਦਾ ਥਾਰੀ। ਗੁਪਤੀ ਖਾਵੈ ਵਟਕਾ ਸਾਰੀ, ਅਬ ਅੰਨ੍ਹੇ ਬਿਨਾ ਨਾ ਹੋਏ ਸੁਕਾਲ। ਤਜਿਐ ਅੰਨ ਨਾ ਮਿਲੈ ਗੋਪਾਲ, ਅੰਨ੍ਹੇ ਬਿਨਾ ਨਾ ਹੋਏ ਸੁਕਾਲ। ਤਜਿਐ ਅੰਨ ਨਾ ਮਿਲੈ ਗੋਪਾਲ। ਕਹੋ ਕਬੀਰ ਹਮ ਐਸੇ ਜਾਨਿਆ, ਧਨ ਅਨਾਦ ਠਾਕੁਰ ਮਨ ਮਾਨਿਆ। ਕਹੋ ਕਬੀਰ ਹਮ ਐਸੇ ਜਾਨਿਆ, ਧਨ ਅਨਾਦ ਠਾਕੁਰ ਮਨ ਮਾਨਿਆ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਸ਼ੋਭਤ ਗੁਰੂ ਪਿਆਰਿਓ, ਗੁਰੂ ਸਵਾਰਿਓ, ਆਪ ਵਡਭਾਗੇ ਹੋ। ਆਓ ਗੁਰਬਾਣੀ ਵਿਚਾਰ ਨਾਲ ਜੁੜੀਏ, ਗੁਰਫਤਿਹ ਦੀ ਸਾਂਝ ਪਾਈਏ। ਸਾਰਿਆਂ ਨੇ ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਸ਼ਬਦ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਪੜ੍ਹਿਆ ਹੈ, ਅੱਜ ਦੇ ਇਸ ਪਾਵਨ ਸ਼ਬਦ ਨੂੰ
ਧੰਨ ਧੰਨ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ। ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਅੰਗ ਨੰਬਰ 873 ਦੇ ਉੱਪਰ ਸੁਸ਼ੋਭਿਤ ਹੈ। ਵੈਸੇ ਸ਼ਬਦ ਨੂੰ ਪੜ੍ਹਿਆ ਸੁਭਾਵਿਕ ਹੀ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਸਾਨੂੰ ਕੀ ਪਾਤਸ਼ਾਹ ਜੀ ਸੁਨੇਹਾ ਦੇ ਰਹੇ ਨੇ, ਤੇ ਤੁਹਾਨੂੰ ਜੱਜਮੈਂਟ ਆ ਜਿਹੜੀ ਹੋ ਚੁੱਕੀ ਆ ਵੀ ਧੰਨ ਬਾਬਾ ਕਬੀਰ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਆ ਤੇ ਅਸੀਂ ਕਰ ਕੀ ਰਹੇ ਆ। ਜੋ ਰਹਾਉ ਦਾ ਬੰਦਾ ਇਸ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬੜੀ ਵਧੀਆ ਵਿਚਾਰ ਦਿੱਤੀ ਆ। ਪੂਰੇ ਸ਼ਬਦ ਦੇ ਅੰਦਰ ਹੀ ਬਹੁਤ ਪਿਆਰੀ ਵਿਚਾਰ ਦਿੱਤੀ ਆ, ਜੋ ਅੱਜ ਦੇ ਸਮੇਂ ਬਹੁਤ ਵੱਡੇ ਪੱਧਰ ਤੇ ਪਖੰਡ ਤੇ ਚੋਟ ਕਰਦੀ ਆ। ਕਿਉਂਕਿ ਗੁਰਬਾਣੀ ਤਾਂ ਵੈਸੇ ਸਾਰੀ ਪਖੰਡ ਤੇ ਚੋਟ ਕਰਦੀ ਆ ਨਾ, ਜੇ ਮਨੁੱਖ ਸਮਝੇ ਤਾਂ। ਤੇ ਨਹੀਂ ਆਪਾਂ ਨੂੰ ਪਤਾ ਵੀ ਲੋੜ ਦੇ ਮੁਤਾਬਕ ਸਾਨੂੰ ਗੁਰਬਾਣੀ ਆਪਣੀ ਜ਼ਿੰਦਗੀ 'ਚ ਸਮਝਣੀ ਪੈਂਦੀ ਆ ਅਤੇ ਵਰਤਣੀ ਪੈਂਦੀ ਆ। ਛੋੜੈ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਇਸੇ ਪਾਵਨ ਸ਼ਬਦ ਅੰਦਰ ਤੁਕਾਂ ਆਈਆਂ ਨਾ, ਤੇ ਉਹ ਕਿਹਦੇ ਨਾਲ ਸੰਬੰਧਿਤ ਵਿਚਾਰ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਕ ਜੋ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਕੋਹੜ ਆ, ਕੋਹੜ ਦੀ ਬਿਮਾਰੀ ਆ ਭੁੱਖੇ ਮਰਨਾ ਜਾਂ ਜ਼ਿਆਦਾ ਖਾਣਾ। ਦੋਨੇ ਆਪਸ਼ਨਾਂ ਦੇ ਨਾਲ ਸੰਬੰਧਿਤ ਇਹ ਦੇਣਾ, ਬਿਨਾਂ ਵਜ੍ਹਾ ਤੋਂ ਬੇਲੋੜਾ ਖਾਣਾ ਜਾਂ ਨਾ ਖਾਣਾ। ਤੇ ਗੁਰਬਾਣੀ ਜਿਹੜੀ ਨਾ ਤਾਂ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਭੁੱਖੇ ਰਹਿਣ ਦੀ ਇਜਾਜ਼ਤ ਦਿੰਦੇ ਨੇ, ਲੋੜ ਦੇ ਅਨੁਸਾਰ ਛਕ, ਤੇ ਨਾ ਹੀ ਗੁਰੂ ਸਾਹਿਬ ਜ਼ਿਆਦਾ ਖਾਣ ਦਾ ਹੁਕਮ ਕਰਦੇ ਨੇ। ਉੱਥੇ ਵੀ ਪਿੱਛੇ ਕੀ ਆਊਗਾ, ਲੋੜ ਮੁਤਾਬਕ ਖਾ, ਬੇਲੋੜਾ ਨਾ ਖਾ। ਤੇ ਨਾ ਹੀ ਗੁਰੂ ਸਾਹਿਬ ਜੀ ਇਹ ਇਜਾਜ਼ਤ ਦਿੰਦੇ ਨੇ ਜੋ ਕਾਨੂੰਨ ਦੇ ਤਹਿਤ ਗਲਤ ਹੈ। ਮਤਲਬ ਸਾਡੇ ਸਰੀਰ ਦੀ ਬਣਤਰ ਮੁਤਾਬਕ ਕੋਈ ਵੀ ਅਜਿਹਾ ਪਦਾਰਥ ਹੈ ਜਿਹਦੇ ਵਿੱਚ ਜ਼ਹਿਰੀਲੇ ਤੱਤ ਨੇ, ਨੁਕਸਾਨਦੇਹ ਤੱਤ ਨੇ, ਨਾ ਹੀ ਉਹ ਖਾਣੇ ਆ। ਕਈ ਵਾਰ ਆਪਾਂ ਇਹ ਕਹਿੰਦੇ ਨੇ ਨਾ ਵੀ ਨਾ ਹੀ ਤਾਂ ਗੁਰੂ ਸਾਹਿਬ ਖਾਣ ਤੋਂ ਰੋਕਦੇ ਆ, ਨਾ ਸਾਨੂੰ ਨਾ ਖਾਣ ਦਾ ਹੁਕਮ ਦਿੰਦੇ ਆ। ਜਦੋਂ ਨਾ ਖਾਣ ਤੋਂ ਰੋਕਣ ਦੀ ਗੱਲ ਆਈ ਤਾਂ ਉੱਥੇ ਇੱਕ ਸਾਨੂੰ ਪੁਆਇੰਟ ਮਿਲ ਜੂ ਵੀ ਅਸੀਂ ਜੋ ਮਰਜ਼ੀ ਖਾਈਏ। ਨਹੀਂ, ਹਰ ਗੱਲ ਤੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ। ਤੇ ਅੱਜ ਆਪਾਂ ਇਸ ਸ਼ਬਦ ਦੀ ਵਿਚਾਰ ਕਰਨੀ ਆ, ਪਾਤਸ਼ਾਹ ਜੀ ਕੀ ਕਹਿੰਦੇ ਨੇ, ਨਾਲ ਨਾਲ ਜੋ ਪਖੰਡ ਬਾਦ ਸਾਡੇ ਸਮਾਜ ਵਿੱਚ ਫੈਲਿਆ ਹੋਇਆ ਉਹਦੇ ਨਾਲ ਵਿਚਾਰ। ਭਗਤ ਕਬੀਰ ਸਾਹਿਬ ਜੀ ਨੇ ਰਹਾਉ ਦਾ ਜੋ ਬੰਦਾ ਪੂਰਾ, ਉਹਦੇ ਵਿੱਚ ਕੀ ਜ਼ਿਕਰ ਕੀਤਾ, ਧੰਨ ਗੋਪਾਲ ਧੰਨ ਗੁਰਦੇਵ। ਅੱਖਰੀ ਅਰਥ, ਉਹ ਮੇਰਾ ਮਾਲਕ ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ ਧੰਨ ਹੈ। ਧੰਨ ਨਾ ਉਹ, ਧੰਨ ਗੋਪਾਲ ਜਿਹਨੇ ਸ੍ਰਿਸ਼ਟੀ ਬਣਾਈ ਆ। ਧੰਨ ਗੁਰਦੇਵ, ਉਹ ਮਾਲਕ ਪਰਮਾਤਮਾ ਜਿਹੜਾ ਸਾਰਿਆਂ ਦਾ ਗੁਰੂ ਆ, ਖੁਦ ਆਪ ਪਰਮਾਤਮਾ ਸਭ ਦਾ ਗੁਰੂ ਆ ਨਾ, ਉਹ ਧੰਨ ਹੈ। ਧੰਨ ਗੁਰਦੇਵ, ਧੰਨ ਅਨਾਦ, ਉਹ ਪਰਮਾਤਮਾ ਖੁਦ ਹੀ ਅਨਾਦ ਹੈ। ਆਪਾਂ ਰੋਜ਼ ਪੜ੍ਹਦੇ ਆ ਨਾ, ਪੂਰਾ ਸ਼ਬਦ ਪੜ੍ਹ ਲਈਏ,
ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਬਾਜੇ ਨਾਦ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿਧ ਅਵਰਾ ਸਾਧ। ਸੰਜੋਗ ਵਿੰਜੋਗ ਦੁਇ ਕਾਰ ਚਲਾਵੈ, ਲੇਖੇ ਆਵੈ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ। ਅਨਾਹਤ ਜੁਗ ਜੁਗ ਏਕੋ ਵੇਸ। ਹੇ ਵਾਹਿਗੁਰੂ ਜੀ, ਉਹ ਮਾਲਕ ਪਰਮਾਤਮਾ ਬੜਾ ਅਨਾਦ ਹੈ। ਉਹ ਮਾਲਕ ਪਰਮਾਤਮਾ, ਉਹਦੀ ਬਦੌਲਤ ਮੈਂ ਇਸ ਧਰਤੀ ਤੇ ਆਇਆ। ਭੂਖੇ ਕਵਲ ਟਹਿਕੇਵ, ਉਹ ਮਾਲਕ ਪਰਮਾਤਮਾ ਦੀ ਬਦੌਲਤ ਜਦੋਂ ਮੈਂ ਧਰਤੀ ਤੇ ਆਇਆ ਨਾ, ਤੇ ਉਹ ਮਾਲਕ ਪਰਮਾਤਮਾ ਐਸਾ ਜਿਹਦੀ ਕਿਰਪਾ ਸਦਕਾ ਇਹ ਸਾਨੂੰ ਸਰੀਰ ਮਿਲਿਆ, ਤੇ ਨਾ ਹੀ ਤਾਂ ਸਰੀਰ ਨੂੰ ਭੁੱਖੇ ਰਹਿ ਕੇ ਤੇ ਨਾ ਹੀ ਇਹਨੂੰ ਬੇਲੋੜਾ ਖਵਾ ਕੇ ਚਲਾਇਆ ਜਾ ਸਕਦਾ। ਲੋੜ ਮੁਤਾਬਕ ਜਿਵੇਂ ਕਿਸੇ ਸਾਧਨ 'ਚ ਤੇਲ ਪਵਾਈਦਾ, ਤਾਂ ਇਵੇਂ ਜਿਵੇਂ ਇਹ ਸਰੀਰ ਨੂੰ ਵੀ ਖੁਰਾਕ ਰੂਪੀ ਤੇਲ ਚਾਹੀਦਾ। ਲੋੜ ਬਸ। ਧੰਨ ਓਏ ਸੰਤ ਜਿਨ ਐਸੀ ਜਾਨੀ, ਉਹ ਸੰਤ ਜਨ ਰੱਬ ਦੇ ਪਿਆਰੇ ਧੰਨ ਨੇ, ਜਿਨ੍ਹਾਂ ਨੇ ਮਾਲਕ ਦੀ ਇਸ ਕਿਰਿਆ ਨੂੰ ਸਮਝਿਆ, ਇਸ ਕਿਰਿਆ ਨੂੰ ਸਮਝ ਲਿਆ। ਧੰਨ ਓਏ ਸੰਤ ਜਿਨ ਐਸੀ ਜਾਨੀ। ਫਿਰ ਅੱਗੇ ਕਹਿੰਦੇ ਨੇ, ਤਿਨ ਕੋ ਮਿਲਬੋ ਸਾਰੰਗ ਪਾਨੀ। ਸਾਰੰਗ ਪਾਨੀ ਉਹ ਪਰਮਾਤਮਾ ਅਕਾਲ ਪੁਰਖ, ਉਹ ਖੁਦ ਹੀ ਸਾਰਿਆਂ ਦਾ ਆਪ ਦਾਤਾਰ ਸਾਰੰਗ ਪਾਨੀ ਹੈ। ਮਤਲਬ ਉਹ ਪਰਮਾਤਮਾ ਧਨੁਸ਼ਧਾਰੀ ਹੈ। ਆਦ ਪੁਰਖ ਤੇ ਹੋਏ ਅਨਾਦ, ਉਹ ਆਦ ਪੁਰਖ ਜਿਹੜਾ ਮੁੱਢ ਤੋਂ ਸਾਡਾ ਸਾਰਿਆਂ ਦਾ ਪ੍ਰਤਪਾਲਣ ਵਾਲਾ ਹੈ। ਆਦ ਪੁਰਖ ਤੇ ਹੋਏ ਅਨਾਦ, ਜਪੀਐ ਨਾਮ ਅੰਨ ਕੈ ਸਾਧ। ਭਾਵ ਕੀ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਉਹ ਪਰਮਾਤਮਾ ਨੇ ਸਾਰੇ ਖਾਣ ਪੀਣ ਵਾਲੇ ਪਦਾਰਥ ਆਦਿਕ ਬਣਾ ਦਿੱਤੇ, ਤੇ ਉਹ ਖਾਣ ਪੀਣ ਵਾਲੇ ਪਦਾਰਥ, ਪਹਿਨਣ ਵਾਲੇ ਪਦਾਰਥ ਅਸੀਂ ਛਕ ਕੇ ਪਹਿਨ ਕੇ ਉਹ ਪਰਮਾਤਮਾ ਦਾ ਨਾਮ ਜਪਣਾ ਹੈ। ਜਾਣੀ ਕਿ ਉਹਦਾ ਧੰਨਵਾਦ ਕਰਨਾ ਹੈ, ਉਹਦਾ ਸ਼ੁਕਰਾਨਾ ਕਰਨਾ ਹੈ। ਭਾਵੇਂ ਕੁਛ ਵੀ ਖਾਇਆ ਤੇ ਕੁਛ ਵੀ ਪੀਤਾ ਤੇ ਕੁਛ ਵੀ ਹੰਡਾਇਆ, ਉਹ ਆਪਾਂ ਗੱਲ ਪਹਿਲਾਂ ਕਰ ਲਈ। ਲੋੜ ਅਨੁਸਾਰ, ਬੇਲੋੜਾ ਵੀ ਨਹੀਂ ਅਤੇ ਬਿਲਕੁਲ ਮੁਨਕਰ ਵੀ ਨਹੀਂ ਹੋਣਾ, ਅਤੇ ਉਹ ਵੀ ਨਹੀਂ ਖਾਣਾ, ਉਹ ਵੀ ਨਹੀਂ ਪਹਿਨਣਾ ਜੋ ਸਾਡੇ ਤਨ ਨੂੰ, ਸਾਡੀ ਆਤਮਾ ਨੂੰ ਕਹਿ ਲਓ ਨੁਕਸਾਨਦੇਹ ਹੋਵੇ। ਹਰ ਗੱਲ ਦਾ ਮਤਲਬ ਕਿ ਧਿਆਨ ਰੱਖਣਾ। ਉਦਾਹਰਨ, ਮਨੁੱਖ ਬਿਮਾਰ ਹੋ ਜੇ, ਜਦੋਂ ਬਿਮਾਰ ਹੋ ਗਿਆ ਨਾ, ਤਾਂ ਫਿਰ ਕੀ ਹੈ, ਉਹਨੂੰ ਜਿਹੜੀ ਦਵਾਈ ਆ, ਉਹਦਾ ਜਿਹੜਾ ਟਰੀਟਮੈਂਟ ਆ, ਉਹ ਲੋੜ ਦੇ ਮੁਤਾਬਕ ਕੀਤਾ ਜਾਂਦਾ, ਉਹਦੀ ਬੋਡੀ ਦੇ ਮੁਤਾਬਕ, ਉਹਦੇ ਸਰੀਰ ਦੇ ਮੁਤਾਬਕ ਕੀਤਾ ਜਾਂਦਾ ਵੀ ਕਿੰਨੀ ਦਵਾਈ ਉਹ ਮਨੁੱਖ ਸਹਾਰ ਲਵੇਗਾ, ਝੱਲ ਲਵੇਗਾ। ਹੁਣ ਇਹ ਨਹੀਂ ਹੈ ਵੀ 10 ਦਿਨਾਂ ਦੀ ਦਵਾਈ ਡਾਕਟਰ ਇਕੱਠੂ ਹੀ ਖਵਾ ਦੇ ਲੈ ਛੇਤੀ ਠੀਕ ਹੋ ਜੂ, ਤੇ ਫਿਰ ਆਪਾਂ ਨੂੰ ਪਤਾ ਵੀ ਹੋਣਾ ਕੀ ਆ, ਉਹ ਆਪਾਂ ਨੂੰ ਪਤਾ ਨਾ। ਇਹ ਵੀ ਨਹੀਂ ਹੈ ਵੀ ਉਹਨੂੰ ਦਵਾਈ ਦੇਣੀ ਕੋਈ ਨਹੀਂ, ਫਿਰ ਵੀ ਗਲਤ ਆ। ਤੇ ਇਹ ਵੀ ਨਹੀਂ ਹੈ ਵੀ ਉਹ ਜ਼ਿਆਦਾ ਗੈਰ ਕਾਨੂੰਨੀ ਦਵਾਈ ਖਾ ਜੇ, ਪ੍ਰੋਬਲਮ ਪੇਟ ਦੀ ਆ ਤੇ ਦਵਾਈ ਸਿਰ ਦੀ ਖਾਈ ਜਾਵੇ, ਇਹ ਵੀ ਗਲਤ ਆ। ਮਤਲਬ ਹਰ ਗੱਲ ਨੂੰ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ ਵੀ ਢੰਗ ਦੇ ਨਾਲ ਜ਼ਿੰਦਗੀ ਜਿਉ। ਇੱਥੋਂ ਸਿੱਧ ਹੁੰਦਾ ਵੀ ਗੁਰਬਾਣੀ ਕੋਈ ਜਾਦੂ ਮੰਤਰ ਨਹੀਂ ਹੈ। ਗੁਰਬਾਣੀ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਿੰਦਗੀ ਜਿਉਣ ਦਾ ਬਲ ਦਿੰਦੀ ਆ, ਢੰਗ ਸਿਖਾਉਂਦੀ ਆ। ਜਪੀਐ ਨਾਮ ਅੰਨ ਕੈ ਸਾਧ। ਗੁਰੂ ਪਾਤਸ਼ਾਹ ਜੀ ਕਹਿੰਦੇ ਸਦਾ ਪਰਮੇਸ਼ਰ ਨੂੰ ਯਾਦ ਰੱਖਣਾ ਚਾਹੀਦਾ। ਅੰਨ ਪਦਾਰਥ ਰੱਬ ਜੀ ਨੇ ਬਣਾਏ ਹਨ, ਪਾਣੀ ਨਾਲ ਖਾਦ ਪਦਾਰਥ ਸਾਡੀ ਜ਼ਿੰਦਗੀ ਦੀ ਖੁਰਾਕ ਉਹ ਚਲਦੀ ਆ, ਸਾਰੀ ਦੀ ਸਾਰੀ ਖੁਰਾਕ।
ਪਾਣੀ ਤੋਂ ਪੈਦਾ ਹੁੰਦੀ ਹੈ ਤੇ ਪਾਣੀ ਅਲੱਗ ਮਾਤਰਾ 'ਚ ਤਨ ਨਾਲ ਸੰਬੰਧਿਤ ਤੇ ਪਾਣੀ ਤੋਂ ਬਣੇ ਹੋਏ ਪਦਾਰਥ ਅਸੀਂ ਛਕਦੇ ਹਾਂ। ਜਿਹੜੇ ਮਰਜ਼ੀ ਪਦਾਰਥ ਵੱਲ ਨਿਗਾਹ ਮਾਰ ਲਈਏ, ਹਰ ਪਦਾਰਥ 'ਚ ਪਾਣੀ ਦੀ ਮਾਤਰਾ ਹੈ। ਜਪੀਐ ਨਾਮ ਅਨ ਕੈ ਸਾਧ ਰਹਾਉ। ਤੇ ਅਗਲੀ ਤੁਕ ਉਹ ਕੀ ਹੈ? ਪਾਤਸ਼ਾਹ ਦੇ ਵਿੱਚ ਜ਼ਿਕਰ ਕਰਦੇ ਨੇ, ਕਹਿੰਦੇ ਜਪੀਐ ਨਾਮ ਜਪੀਐ ਅੰਨ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਇਹ ਲਿਖਿਆ, ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਵੀ ਜ਼ਰੂਰੀ ਹੈ, ਪਰ ਸਿੱਧੇ ਤੌਰ ਤੇ ਤਾਂ ਜਪ ਦੇਖੋ ਅੱਖਰੀ ਅਰਥ ਇਹ ਬਣ ਗਏ ਵੀ ਪਰਮਾਤਮਾ ਦਾ ਨਾਮ ਵੀ ਜਪ ਤੇ ਅੰਨ ਦਾ ਜਾਪ ਵੀ ਕਰ, ਅੰਨ ਦਾ ਸਿਮਰਨ ਵੀ ਕਰ, ਅੰਨ ਨੂੰ ਚੇਤੇ ਵੀ ਰੱਖ। ਅੱਖਰੀ ਅਰਥ ਤਾਂ ਹੀ ਬਣ ਗਏ ਨਾ। ਹੁਣ ਕੋਈ ਵੀ ਨਹੀਂ ਕਹਿੰਦਾ ਧੰਨ ਰੋਟੀ, ਧੰਨ ਦੁੱਧ, ਧੰਨ ਚਾਹ, ਇੱਦਾਂ ਦਾ ਪਾਠ, ਇੱਦਾਂ ਦਾ ਰਟਨ ਕੋਈ ਵੀ ਨਹੀਂ ਕਰਦਾ। ਪਰ ਜੇ ਵੇਖਿਆ ਜਾਵੇ ਤਾਂ ਉਹਦੇ ਥਰੂ, ਦੁੱਧ ਪਾਣੀ ਰੋਟੀ ਦੇ ਥਰੂ ਅਸੀਂ ਪਰਮਾਤਮਾ ਨੂੰ ਯਾਦ ਕਰਨਾ, ਅਸੀਂ ਰੱਬ ਜੀ ਨੂੰ, ਪਰਮਾਤਮਾ ਨੂੰ ਯਾਦ ਕਰਨਾ। ਉਹਦੇ ਥਰੂ ਯਾਦ ਕੀਤਾ ਹੋਇਆ ਤਾਂ ਇੱਥੇ ਢੁੱਕ ਜਾਵੇਗਾ ਜਪੀਐ ਨਾਮ ਜਪੀਐ ਅੰਨ। ਇੱਥੇ ਫਿਰ ਉਹ ਗੱਲ ਆ ਕੇ ਢੁੱਕ ਜਾਵੇਗੀ, ਲਾਗੂ ਹੋ ਜਾਵੇਗੀ, ਵਾਕਈ ਸਹੀ ਆ। ਤੇ ਤਾਈਓ ਆਪਾਂ ਨੂੰ ਗੁਰੂ ਦੀ ਮੱਤ ਇਹੀ ਕਹਿੰਦੀ ਆ ਨਾ ਵੀ ਭੋਜਨ ਛਕਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਜ਼ਰੂਰ ਕਰੀ। ਤੇਰੇ ਵਰਗੇ ਹੋਰ ਕਿੰਨੇ ਨੇ ਜਿਨ੍ਹਾਂ ਦੀ ਥਾਲੀ 'ਚ ਭੋਜਨ ਪਿਆ ਪਰ ਉਹ ਛਕ ਨਹੀਂ ਸਕਦੇ, ਉਹਨਾਂ ਨੂੰ ਇਜਾਜ਼ਤ ਨਹੀਂ ਹੈ, ਹੁਕਮ ਨਹੀਂ ਹੈ। ਤੇਰੇ ਵਰਗੇ ਕਿੰਨੇ ਨੇ ਜਿਨ੍ਹਾਂ ਨੂੰ ਭੋਜਨ ਮਿਲਦਾ ਨਹੀਂ ਹੈ। ਤੇਰੇ ਵਰਗੇ ਕਿੰਨੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਚੰਗੇ ਭੋਜਨ ਦੇ ਦਰਸ਼ਨ ਵੀ ਨਹੀਂ ਕੀਤੇ ਗਏ। ਬਸ ਇਸੇ ਕਰਕੇ ਉਹ ਰੱਬ ਦਾ ਸ਼ੁਕਰਾਨਾ ਕਰਨਾ, ਜਾਣੀ ਕਿ ਸਹੀ ਗੱਲ ਆ ਬਣ ਗਈ ਜੇ ਮੰਨਿਆ ਜਾਵੇ ਤਾਂ। ਜਪੀਐ ਨਾਮ, ਉਹ ਆਪਾਂ ਨੂੰ ਪਤਾ ਹੀ ਹੈ ਪਰਮਾਤਮਾ ਦਾ ਨਾਮ, ਪਰਮਾਤਮਾ ਨੂੰ ਯਾਦ ਕਰਨਾ ਸਾਡੇ ਲਈ ਜ਼ਰੂਰੀ ਹੈ। ਜਪੀਐ ਨਾਮ ਜਪੀਐ ਅੰਨ ਅੱਬੈ ਕੈ ਸੰਗ ਨੀਕਾ ਵੰਨ। ਅੱਬੈ ਪਾਣੀ, ਕੈ ਸੰਗ ਨੀਕਾ, ਨੀਕਾ ਤੋਂ ਭਾਵ ਸੁੰਦਰ, ਵੰਨ ਬੜੇ ਸੋਹਣੇ ਸੋਹਣੇ ਪਦਾਰਥ ਬਣ ਗਏ, ਪਾਣੀ ਦੇ ਨਾਲ ਤਿਆਰ ਹੋ ਗਏ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਅੰਨੈ ਬਾਹਰ ਜੋ ਨਰ ਹੋਵੇ, ਅੰਨ ਤੋਂ ਬਾਹਰ ਜੋ ਨਰ, ਨਰ ਤੋਂ ਭਾਵ ਭਾਵੇਂ ਉਹ ਭੈਣ ਆ ਤੇ ਭਾਵੇਂ ਉਹ ਭਰਾ। ਨਰ ਤੋਂ ਭਾਵ ਕੋਈ ਵੀ ਆ, ਚਾਹੇ ਉਹ ਵੀਰ ਆ ਤੇ ਚਾਹੇ ਕੋਈ ਭੈਣ ਆ, ਦੋਵਾਂ ਲਈ ਸ਼ਬਦ ਸਾਂਝਾ। ਪਾਤਸ਼ਾਹ ਕਹਿੰਦੇ ਨੇ ਅੰਨੈ ਬਾਹਰ ਜੋ ਨਰ ਹੋਵੇ, ਤੀਨ ਭਵਨ ਮੈਂ ਆਪਣੀ ਖੋਵੈ। ਕਹਿੰਦੇ ਜਿਹੜਾ ਕੋਈ ਭੈਣ ਭਰਾ ਅੰਨ ਤੋਂ ਬਾਹਰ ਦੀਆਂ ਗੱਲਾਂ ਕਰਦਾ ਵੀ ਮੈਂ ਨਹੀਂ ਛਕਦਾ, ਜਾਂ ਅੱਜ ਦੇ ਸਮੇਂ ਮੁਤਾਬਕ ਆਪਾਂ ਕਹਿ ਲਈਏ ਵੀ ਮੇਰਾ ਤਾਂ ਜੀ ਵਰਤ ਰੱਖਿਆ ਵਿਆ ਗਾ, ਉਹ ਜੁੜੀਆਂ ਵੀ ਆ ਨਾ ਗੱਲਾਂ। ਸਾਡੇ ਸਮਾਜ ਦੇ ਵਿੱਚ ਬੜਾ ਵੱਡਾ ਪਖੰਡ ਆ ਜਿਹੜਾ ਇੱਦਾਂ ਦੀ ਕੋਈ ਵਿਚਾਰ ਕਰੇ। ਫਿਰ ਪਾਤਸ਼ਾਹ ਜੀ ਕਹਿੰਦੇ ਅੰਨੈ ਬਾਹਰ, ਜਿਹੜਾ ਕੋਈ ਅੰਨ ਨੂੰ ਤਿਆਗ ਕੇ ਭਾਵ ਇਸ ਤਰ੍ਹਾਂ ਦਾ ਪਖੰਡ ਕਰੇ, ਇਸ ਤਰ੍ਹਾਂ ਦਾ ਪਖੰਡ ਕਰੇ, ਅੰਨ ਤੋਂ ਮੁਕਤ ਹੋਣ ਦੀ ਗੱਲ ਕਰੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਤੀਨ ਭਵਨ ਮੈਂ, ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਆ ਨਾ ਵੀ ਤੈਨੂੰ ਕਿਤੇ ਢੋਈ ਨਾ ਮਿਲੇ, ਆਪਾਂ ਆਮ ਹੀ ਕਹਿ ਦਿੰਦੇ ਢੋਈ ਮਤਲਬ ਸਹਾਰਾ, ਵੀ ਤੈਨੂੰ ਕਿਤੇ ਕੋਈ ਸਹਾਰਾ ਨਾ ਮਿਲੇ। ਕਹਿੰਦੇ ਅਜਿਹੇ ਲੋਕ, ਰੱਬ ਦਾ ਕਾਨੂੰਨ ਨਿਯਮ ਤੋੜਨ ਵਾਲੇ ਲੋਕ ਹਮੇਸ਼ਾ ਭਟਕਦੇ ਨੇ, ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਦੀਗੀ, ਉਹਨਾਂ ਨੂੰ ਕਿਤੇ ਟਿਕਾ ਨਹੀਂ ਮਿਲਦਾ, ਉਹਨਾਂ ਦੀ ਜ਼ਿੰਦਗੀ 'ਚ ਕਦੇ ਕਿਸੇ ਤਰ੍ਹਾਂ ਦੀ ਖੁਸ਼ਹਾਲਪਣਾ ਨਹੀਂ ਆਉਂਦਾਗਾ। ਉਹ ਤਰਸਦੇ ਨੇ, ਭਟਕਦੇ ਨੇ, ਉਹ ਨਿਰੇ ਝੂਠੇ ਹਨ, ਉਹਨਾਂ ਨੂੰ ਕਿਤੇ ਇੱਜ਼ਤ ਨਹੀਂ ਮਿਲਦੀ, ਸਗੋਂ ਉਲਟਾ ਆਪਣੀ ਇੱਜ਼ਤ ਗਵਾ ਲੈਂਦੇ ਨੇ। ਤੇ ਜਿੱਥੇ ਆਪਾਂ ਪਹੁੰਚਣਾ ਸੀ ਉਸ ਤੁਕ ਤੇ ਆਪਾਂ ਸੌਖੇ ਢੰਗ ਦੇ ਨਾਲ ਸਮਝਣ ਵਾਲੀ ਤੁਕ ਆ ਉਹ ਤੇ ਪਹੁੰਚ ਗਏ, ਜਿਹਦੇ ਸੰਬੰਧ 'ਚ ਪਾਤਸ਼ਾਹ ਨੇ ਲਿਖਿਆ, ਕਹਿੰਦੇ ਛੋਡੇ ਅੰਨ, ਅੰਨ ਨੂੰ ਛੱਡ ਕੇ, ਚਾਹੇ ਕੋਈ ਮਨੁੱਖ ਆ ਚਾਹੇ ਕੋਈ ਭੈਣ ਆ, ਗੱਲ ਸਾਂਝੀ ਆ ਪਰ ਢੁਕੂਗੀ ਇਕੱਲੀ ਭੈਣ ਤੇ,
क्यों? क्योंकि भैन इस दलदल दे विच फसी हुई आ। छोडे अन्न करे पखंड, ना ओ सुहागण ना ओ रंड। किन्नी सरल भाषा दे विच सानू भगत कबीर साहब जी ने दस दिता। कहंदे अन्न नूं छड्ड के, वैसे तो सारी गल ये चल रही है ना भी ना रब दा शुक्र करना, धन्नवाद करना, वो मालिक ने सब कुछ बनाया, उहदे नाल मिल के आपां अपनी जिंदगी नूं जिउणा। छोडे अन्न, फिर कहंदे ने करे पखंड। ये की आ भाई? निरा पखंड है। पखंड झूठ, जिहदे विच दम कोई नहीं। ते जे हुण आपां निगाह मार के वेखीए, इस झूठ दी दलदल विच, इस झूठ दी दलदल विच साडा समाज बहुत वड्डे पੱਧਰ ते ਖੁੱਭ चुकिया, ਇਹਦੇ ਵਿੱਚ ਫਸ ਚੁੱਕਿਆ ਹੈਗਾ। मतलब ਇਉਂ ਵੀ ਕਹਿ ਲਈਏ ਨਾ ਆਪਾਂ ਵੀ ਜਿਹੜੇ ਕੋਈ ਦੁਨੀਆ ਦੇ ਵਿੱਚ ਰਹਿਣ ਵਾਲੇ ਨਾ ਦਾਨੇ ਪੁਰਖ ਨੇ, ਜਿਨ੍ਹਾਂ ਨੂੰ ਆਪਾਂ ਆਪਣੀ ਭਾਸ਼ਾ 'ਚ ਸਿਆਣੇ ਕਹਿ ਦਈਏ, ਬਸ ਵਿਰਲਿਆਂ ਨੂੰ ਛੱਡ ਕੇ ਇਸ ਦਲਦਲ ਵਿੱਚੋਂ ਉਹ ਵੀ ਨਹੀਂ ਨਿਕਲ ਸਕੇ। ਕਰਵਾ ਚੌਥ ਵਾਲੀ ਦਲਦਲ ਵਿੱਚੋਂ, ਵਰਤ ਰੱਖਣ ਵਾਲੀ ਦਲਦਲ ਵਿੱਚੋਂ, ਮਨ ਮਤ ਦੀ ਇਸ ਖੂਹੀ ਦੇ ਵਿੱਚੋਂ ਕੋਈ ਵੀ ਨਹੀਂ ਨਿਕਲ ਸਕਿਆ। ਤੇ ਇਸ ਦਿਨਾਂ ਦੇ ਨਾਲ ਸੰਬੰਧਿਤ ਵੱਡੇ ਪੱਧਰ ਤੇ ਵਪਾਰ ਹੁੰਦਾ। ਦੇਖੋ ਇਹਦੇ ਨਾਲ ਬਹੁਤ ਕੁਝ ਜੁੜ ਗਿਆ। ਕੱਲਾ ਇਹ ਨਹੀਂ ਵੀ ਅੰਨ ਛੱਡਤਾ, ਵਰਤ ਰੱਖ ਲਿਆ, ਇਹਦੇ ਨਾਲ ਬੜਾ ਕੁਝ ਜੁੜ ਗਿਆ। ਦੁਕਾਨਦਾਰਾਂ ਨੂੰ ਫਾਇਦਾ, ਫਲ ਫਰੂਟਾਂ ਵਾਲਿਆਂ ਨੂੰ ਫਾਇਦਾ, ਕੱਪੜੇ ਲੀੜੇ ਵਾਲਿਆਂ ਨੂੰ ਫਾਇਦਾ, ਕਿੱਡਾ ਵੱਡਾ ਇਹਦੇ ਨਾਲ ਬਿਜ਼ਨਸ ਜੁੜ ਗਿਆ, ਕਿੱਡਾ ਵੱਡਾ ਬਿਜ਼ਨਸ ਬਣ ਗਿਆ ਇਹ। ਇੱਕ ਜਿਹੜੀ ਗੁਰੂ ਸਾਹਿਬ ਪਖੰਡ ਦੀ ਰੀਤ ਨੂੰ ਚੈਲੰਜ ਕਰਦੇ ਨੇ, ਕਹਿੰਦੇ ਬੰਦਿਆ ਤੇਰਾ ਨਿੱਕਾ ਜਿਹਾ ਪਖੰਡ ਸੀਗਾ ਤੇ ਤੂੰ ਨਿੱਕੇ ਜਿਹੇ ਪਖੰਡ ਨੂੰ ਨਾ ਕਿੱਡਾ ਵੱਡਾ ਰੂਪ ਦੇਤਾ। ਨਿਗਾਹ ਮਾਰ ਕੇ ਵੇਖ, ਹੁਣ ਆਪਾਂ ਮੋਟੀ ਮੋਟੀ ਜਿਹੀ ਨਿਗਾਹ ਮਾਰ ਲਓ, ਸਾਰੇ ਕਬੀਲਦਾਰਾਂ ਦੇਣ ਲੈਣ ਦਾ ਫਿਕਰ ਹੁੰਦਾ ਵੀ ਕਰਵਾ ਚੌਥ ਆ ਗਿਆ, ਵਰਤ ਆ ਗਏ, ਹੁਣ ਸਾਨੂੰ ਦੇਣਾ ਲੈਣਾ ਪਊ। ਚੱਲਦਾ ਵੀ ਆ ਭਾਈ, ਇਹੋ ਜਿਹੀ ਗੱਲ ਨਹੀਂ ਵੀ ਨਹੀਂ ਚੱਲਦਾ, ਸਾਰਾ ਕੁਝ ਚੱਲਦਾ। ਬਹੁਤੇ ਨਾ ਇਸ ਤਰ੍ਹਾਂ ਦੇ ਵੀ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਨਾ ਜੀ ਸਾਡੇ ਕਹਿੰਦੇ ਨਾ ਹੁਣ ਤਾਂ ਵਰਤ ਵੁਰਤ ਜਿਹਾ ਰੱਖਦੇ ਨਹੀਂ, ਕਿਉਂ ਅਸੀਂ ਨਾ ਅੰਮ੍ਰਿਤਧਾਰੀਆਂ ਨਾ, ਕਹਿੰਦੇ ਫਿਰ ਉਹ ਕਹਿੰਦੇ ਧੀ ਵਾਲਾ ਪਰਿਵਾਰ ਲੀੜੇ ਕੱਪੜੇ ਲੈ ਕੇ ਆਊ ਨਾ, ਫਿਰ ਉਹਨਾਂ ਨੂੰ ਦੇਣ ਲੈਣ ਤਾਂ ਕਰਨਾ ਹੀ ਪੈਂਦਾ ਨਾ। ਉਹੋ ਜਿਹਾ ਫਿਰ ਰੁਪਈਏ ਰੁਪੂਏ ਵੀ ਚੱਲਦੇ ਨੇ, ਹੋਰ ਵੀ ਬਹੁਤ ਕੁਝ ਚੱਲਦਾ ਗਾ ਇਸ ਦਿਨ ਤੇ। ਇੰਨਾ ਕੁ ਤਾਂ ਕਹਿੰਦੇ ਲੈਣੇ ਹੀ ਪਊ। ਇੱਥੋਂ ਸਿੱਧ ਕੀ ਹੋ ਗਿਆ ਵੀ ਬਾਹਰੋਂ ਤਾਂ ਅਸੀਂ ਬਣ ਗਏ ਇਸ ਦਿਨ ਤੋਂ ਬਚੇ ਹੋਏ ਗਿਆਨੀ, ਤੇ ਪਰ ਅੰਦਰੇ ਅੰਦਰ ਸਭ ਕੁਝ ਚੱਲਦਾ। ਪੜਦਾ ਪਾ ਲਿਆ, ਪੜਦੇ ਅੰਦਰ ਸਭ ਕੁਝ ਚੱਲਦਾ। ਕਹਿੰਦੇ ਨਹੀਂ ਜੀ ਦੇਣ ਲੈਣ ਕਰਨਾ ਹੀ ਪੈਣਾ, ਫਿਰ ਫਲ ਫਰੂਟ ਵੀ ਆਉਣਗੇ, ਕੱਪੜਾ ਵੀ ਆਊਗਾ, ਹੋ ਸਕਦਾ ਸੋਨੇ ਦੇ ਗਹਿਣੇ ਵੀ ਆ ਜਾਣ। ਵੱਡੇ ਪੱਧਰ ਤੇ ਕੰਮ ਹੋ ਗਿਆ ਨਾ। ਫਿਰ ਗੁਰੂ ਸਾਹਿਬ ਨੇ ਸਾਰੀ ਦੀ ਸਾਰੀ ਕਿਰਿਆ ਨੂੰ ਕੀ ਕਿਹਾ ਗਾ? ਪਖੰਡ ਕਿਹਾ ਗਾ। ਛੋਡੇ ਅੰਨ ਕਰੇ ਪਖੰਡ। ਤੇ ਮਾਫ ਕਰਨਾ, ਜਿਹੜਾ ਲਾਂਭਾ ਕਬੀਰ ਸਾਹਿਬ ਨੇ ਦਿੱਤਾ ਨਾ, ਬੜਾ ਹੀ ਸਖਤ ਲਾਂਭਾ ਦਿੱਤਾ ਗਾ। ਵਾਹਿਗੁਰੂ ਭਲਾ ਕਰੇ। ਅਸੀਂ ਇਸ ਮਾੜੇ ਮਤਲਬ ਕੇ ਪੱਖ ਤੋਂ ਨਾ, ਘਟੀਆ ਸੋਚ ਤੋਂ, ਇਹ ਕਰਵਾ ਚੌਥ ਵਾਲੀ ਅਗਿਆਨਤਾ ਦੇ ਜੰਜਾਲ ਚੋਂ ਪਾਸੇ ਹੋਈਏ। ਫਿਰ ਆਪਾਂ ਸਮਝਣਾ ਕੀ ਆ, ਸੋਚਣਾ ਕੀ ਆ? ਗੁਰੂ ਸਾਹਿਬ ਨੇ ਦੇਖੋ, ਇੱਕ ਤਾਂ ਪਿਆਰਿਓ ਗੱਲ ਹੁੰਦੀ ਹੈ ਕਿਸੇ ਬੰਦੇ ਦੀ, ਜਦੋਂ ਕੋਈ ਬੰਦਾ ਗੱਲ ਕਰਦਾ ਨਾ, ਉਦੋਂ ਸਾਨੂੰ ਰੋਸ ਹੁੰਦਾ। ਕੁਦਰਤੀ ਗੱਲ ਆ ਵੀ ਐਂ ਕਿਉਂ ਕਹਿਤਾ, ਐਂ ਨਹੀਂ ਸੀ ਕਹਿਣਾ, ਐਂ ਕਹਿਣਾ ਸੀ, ਐਂ ਨਹੀਂ ਸੀ ਗੱਲ ਕਰਨੀ। ਚਲੋ ਇਹ ਗੱਲ ਆਪਾਂ ਸਾਰੀਆਂ ਰੋਜ਼ ਕਰਦੇ ਹਾਂ, ਤੇ ਪਰ ਇੱਕ ਗੱਲ ਨਾ ਆਪਣੇ ਦਿਲ ਨੂੰ ਪੁੱਛ ਕੇ ਦੇਖੋ ਤੁਸੀਂ ਸਾਰੇ, ਵੀ ਜਿੱਥੇ ਆਪਾਂ ਬੈਠੇ ਹਾਂ, ਚਲੋ ਤੁਸੀਂ ਤਾਂ ਬਹੁਤ ਸੂਝਵਾਨ ਹੋ, ਸਿਆਣੇ ਹੋ, ਤੁਹਾਡੇ ਤੇ ਬੜੀ ਬਖਸ਼ਿਸ਼ ਆ, ਗੁਰੂ ਦੀ ਕਿਰਪਾ। ਆਪਾਂ ਆਪਣੇ ਅੰਦਰ ਹੀ ਸੋਚ ਕੇ ਦੇਖੋ ਵੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਸੱਚੀ ਜੀ ਗੱਲ ਕਰਨ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਸੁਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਲਾਂਭਾ ਦੇ ਸਕਦੇ ਹਾਂ? ਸੋਚ ਕੇ ਦੇਖੋ। ਨੰਬਰ 1 ਤੇ ਅਸੀਂ ਲਾਂਭਾ ਦੇ ਨਹੀਂ ਸਕਦੇ।
ਨੰਬਰ 2 ਤੇ ਜੇ ਲਾਂਭਾ ਦੇਵਾਂਗੇ ਤਾਂ ਗੁਰੂ ਨੂੰ ਫਰਕ ਵੀ ਕੋਈ ਨਹੀਂ ਪੈਂਦਾ। ਇਹ ਵੀ ਗੱਲ ਨਾਲ ਆ, ਹਨਾ। ਜੇ ਆਪਾਂ ਮੂੰਹ ਮੋਟਾ ਕਰਕੇ ਲਾਂਭਾ ਦੇਵਾਂਗੇ ਨਾ, ਫਰਕ ਵੀ ਨਹੀਂ ਪੈਂਦਾ ਗੁਰੂ ਸਾਹਿਬ ਨੂੰ। ਪਹਿਲੀ ਗੱਲ, ਲਾਂਭਾ ਦੇ ਨਹੀਂ ਸਕਦੇ। ਦੂਜੀ ਗੱਲ, ਜੇ ਉਲਾਂਭਾ ਦੇਵਾਂਗੇ ਤੇ ਬਾਬੇ ਨਾਨਕ ਨੂੰ ਫਰਕ ਵੀ ਕੋਈ ਨਹੀਂ ਪੈਂਦਾ। ਬਾਬੇ ਨਾਨਕ ਨੂੰ ਉਲਾਂਭੇ ਤਾਂ 9 ਸਾਲ ਦੀ ਉਮਰ 'ਚ ਹੀ ਲੱਗ ਗਏ ਸੀ ਮਿਲਣ, ਕਹਿੰਦਾ ਫਰਕ ਕੋਈ ਨਹੀਂ ਪੈਣਾ। ਉਲਾਂਭਾ ਮਾੜੇ ਕੰਮ ਦਾ ਨਾ ਹੋਵੇ, ਚੰਗੇ ਕੰਮ ਦੇ ਉਲਾਂਭੇ ਬਾਬਾ ਨਾਨਕ ਕਹਿੰਦਾ ਮੈਂ ਝੱਲ ਲੂੰ, ਕੋਈ ਟੈਨਸ਼ਨ ਨਹੀਂ। ਪੰਡਤ ਹਰਦਿਆਲ ਦਾਸ ਨੇ ਮਹਿਤਾ ਕਾਲੂ ਨੂੰ ਕਿੱਡਾ ਵੱਡਾ ਲਾਂਭਾ ਦਿੱਤਾ। ਲੈ 9 ਸਾਲ ਦਾ ਜਵਾਕ ਆ, ਕੱਲ ਦੀ ਭੂਤਨੀ ਸੇਵਿਆ 'ਚ ਅੱਧ ਵੱਡਾ ਸਿਆਣਾ ਬਣਿਆ ਫਿਰਦਾ, ਇਹਨੂੰ ਮਾੜਾ ਮੋਟਾ ਸਮਝਾ ਲਾ, ਅਕਲ ਉਕਲ ਦੇ ਲੈ, ਇਹਨੂੰ ਅਕਲ ਹੈ ਨਹੀਂ ਗੀ। ਹੁਣ ਉਸ ਟਾਈਮ ਤੇ ਆਪਾਂ ਮਹਿਤਾ ਕਾਲੂ ਦੇ ਅੰਦਰ ਕੀ ਚੱਲਦਾ ਹੋ, ਇਸ ਗੱਲ ਨੂੰ ਧਿਆਨ 'ਚ ਦੇਖੋ ਲਿਆ ਕੇ। ਅੱਛਾ, ਦੂਜੇ ਪਾਸੇ 9 ਕੁ ਸਾਲ 7 ਕੁ ਸਾਲ ਦੀ ਉਮਰ ਦਾ ਇੱਕ ਹੋਰ ਨਿਆਣਾ ਗਾ, ਦੂਜੇ ਪਾਸੇ ਹੋਰ ਵੀ ਨਿਆਣਾ ਨਾ, ਲਾਂਭੇ ਉਹ ਵੀ ਬਹੁਤ ਲੈਂਦਾ ਗਾ। ਲਾਂਭੇ ਚਲੋ ਆਪਾਂ 1-2 ਲਾਂਭੇ ਵਿੱਚੋਂ ਵੇਖਣੇ, ਵੈਸੇ ਲਾਂਭੇ ਬਹੁਤ ਨੇਗੇ। ਸੱਚ ਦੇ ਸੰਬੰਧ ਵਿੱਚ ਰਾਜਾ ਲੰਘਦਾ ਤੇ ਰਾਜੇ ਨੂੰ ਚਿੜਾਂ ਪੜਾਉਂਦਾ, ਮਤਲਬ ਆਪਾਂ ਆਪਣੀ ਮਲਵਈ ਭਾਸ਼ਾ 'ਚ ਗੱਲ ਕੀਤੀ, ਚਿੜਾਂ ਪੜਾਉਣੀਆਂ, ਜਾਣੀ ਕਿ ਰਾਜੇ ਨੂੰ ਮਸ਼ਕਰੀਆਂ ਕਰਨੀਆਂ, ਰਾਜੇ ਨੂੰ ਸਲਾਮ ਨਹੀਂ, ਮਸ਼ਕਰੀਆਂ, ਚਿਹੇਡਾਂ। ਉਲਾਂਭਾ ਮਾਤਾ ਗੁਜਰੀ ਕੋਲੇ ਜਾਂਦਾ ਨਾ, ਮਾਤਾ ਗੁਜਰੀ 9ਵੇਂ ਪਾਤਸ਼ਾਹ ਨੂੰ ਦੱਸਿਆ, ਕਹਿੰਦੀ ਤੇਰਾ ਪੁੱਤ ਲਾਂਭੇ ਬਹੁਤ ਲੈਂਦਾ। ਕਹਿੰਦਾ ਕੋਈ ਗੱਲ ਨਹੀਂ, ਸਾਰੇ ਸਵੀਕਾਰ ਕਰ ਲਓ। 9ਵੇਂ ਪਾਤਸ਼ਾਹ ਕਹਿੰਦੇ ਨੇ ਲਾਂਭਾ ਰਾਜੇ ਵੱਲੋਂ ਗਿਆ ਘਰੇ, ਮਤਲਬ ਉਸ ਟਾਈਮ ਤੇ ਪਟਨੇ ਦੇ ਮੋਹਤਬਾਰ ਬੰਦੇ ਵੱਲੋਂ ਲਾਂਭਾ ਘਰੇ ਗਿਆ, ਪਰ ਗੁਰੂ ਸਾਹਿਬ ਦੇ ਪਰਿਵਾਰ ਨੂੰ ਫਰਕ ਕੋਈ ਨਹੀਂ ਪਿਆ, ਕੋਈ ਫਰਕ ਨਹੀਂ ਪਿਆ। ਕੱਲੇ ਗੁਰੂ ਸਾਹਿਬ ਨੇ ਨਹੀਂ, ਨਾਲ ਧੰਨ ਗੁਰੂ ਗੋਬਿੰਦ ਰਾਏ ਦੇ ਹੋਰ ਵੀ ਕਿੰਨੇ ਬੱਚੇ ਨੇ, ਜਿਹੜੇ ਭਾਵ ਰਾਜੇ ਦੀਆਂ ਚਿੱਬੀਆਂ ਪੜਾਉਂਦੇ ਆ। ਸੋਚ ਕੇ ਦੇਖੋ, ਅੱਜ ਸਾਨੂੰ ਰਾਜਿਆਂ ਬਿਨਾਂ ਸਰਦਾ ਹੀ ਨਹੀਂ, ਹਨਾ। ਨਾ ਰਾਜਿਆਂ ਦੇ ਮੰਤਰੀਆਂ ਬਿਨਾਂ ਸਰਦਾ, ਨਾ ਸੰਤਰੀਆਂ ਬਿਨਾਂ ਸਰਦਾ। ਸੱਚੀਆਂ ਜਿਹੀਆਂ ਗੱਲਾਂ ਨਾ, ਕਹਿਣਾ ਕੀ ਪੈਂਦਾ, ਕਹਿੰਦੇ ਕੀ ਪਤਾ ਕਦੋਂ ਲੋੜ ਪੈ ਜੇ। ਜਿਹੜਾ ਭੁੱਕੀ ਵੇਚਦਾ ਨਾ, ਚਿੱਟਾ ਵੇਚਦਾ ਗਾ, ਸ਼ਰਾਬ ਵੇਚਦਾ ਗਾ, ਕਤਲ ਕਰਨ ਵਾਲਾ ਬੰਦਾ, ਉਹ ਤਾਂ ਕਹਿ ਸਕਦਾ ਵੀ ਕੀ ਪਤਾ ਕਦੋਂ ਲੋੜ ਪੈ ਜੇ। ਜਦੋਂ ਮਾੜੇ ਕੰਮ ਹੀ ਨਹੀਂ ਕਰਨੇ, ਫਿਰ ਭਾਈ ਲੋੜ ਕਿਆ ਪੈਣੀ ਆ। ਸੋਚ ਕੇ ਦੇਖੋ। ਤੇ ਗੁਰੂ ਤੇ ਆਸ ਰੱਖੋ, ਗੁਰੂ ਲੋੜ ਪਵਾਉਂਦੇ ਹੀ ਨਹੀਂ ਗਾ, ਗੁਰੂ ਲੋੜ ਨਹੀਂ ਪੈਣ ਦਿੰਦਾ, ਉਹਨਾਂ ਦਾ ਗਰੰਟੀ ਆ, ਲਿਖ ਲਓ ਭਾਵੇਂ, ਠੀਕ ਹੈ ਨਾ। ਚਲੋ ਸਾਨੂੰ ਤਾਂ ਮੰਤਰੀਆਂ ਸੰਤਰੀਆਂ ਬਿਨਾਂ ਸਰਦਾ ਨਹੀਂ, ਅਸੀਂ ਤਾਂ ਕਹਿ ਦਿੰਦੇ ਆ ਵੀ ਕਦੇ ਲੋੜ ਪੈ ਸਕਦੀ ਆ, ਤੇ ਜਿਨ੍ਹਾਂ ਵੱਲ ਮੰਤਰੀ ਸੰਤਰੀ ਝਾਕਦੇ ਨਹੀਂ, ਲੋੜ ਤਾਂ ਉਹਨਾਂ ਨੂੰ ਨਹੀਂ ਕਦੇ ਪਈਗੀ। ਨਿਗਾਹ ਮਾਰ ਕੇ ਦੇਖੋ, ਸਾਨੂੰ ਕਿਆ ਲੋੜ ਪੈਣੀ ਆ ਬਈ। ਤੇ ਗੁਰੂ ਗੋਬਿੰਦ ਰਾਏ ਜਾਣੀ ਕਿ ਗੋਬਿੰਦ ਸਿੰਘ 7-9 ਸਾਲ ਦੀ ਉਮਰ ਦੇ ਵਿਚਕਾਰ ਨਾ, ਇਸ ਭਾਗ ਦੇ ਵਿੱਚ ਰਾਜਿਆਂ ਨੂੰ ਟਿਚਰਾਂ ਕਰਦਾ ਹੁੰਦਾ ਸੀਗਾ। ਟਿਚਰਾਂ ਤੁਹਾਡੇ ਵਰਗੀ 2900 ਲਗੌੜ ਤਰੀ ਫਿਰਦੀ ਆ, ਤੇ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੂੰ ਰਾਜਾ ਬਿਨਾਂ ਸਰਦਾ ਨਹੀਂ। ਚਲੋ ਵਿੱਚੋਂ ਗੱਲ ਆ ਗਈ ਸੀ, ਆਪਾਂ ਕਰ ਲਈ। ਮਤਲਬ ਕਹਿਣ ਤੋਂ ਭਾਵ ਕੀ ਸੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਈ ਵਿਚਾਰ ਦੇਣ ਤਾਂ ਸਾਨੂੰ ਥੋੜਾ ਜਿਹਾ ਸੁਣਨਾ ਇੱਕ ਵਾਰੀ ਲੱਗਦਾ ਤਾਂ ਔਖਾ, ਪਰ ਪਾਤਸ਼ਾਹ ਨੇ ਕਹੀ ਹੋਈ ਸੱਚੀ ਜੀ ਗੱਲ ਦਾ ਅਸੀਂ ਉਲਾਂਭਾ ਨਹੀਂ ਦੇ ਸਕਦੇ। ਜੇ ਦੇਵਾਂਗੇ ਤਾਂ ਫਰਕ ਕੋਈ ਨਹੀਂ। ਹੁਣ ਉਲਾਂਭਾ ਕੀ, ਕਿਵੇਂ, ਕਿਸ ਗੱਲ ਤੇ ਆ, ਇੱਥੇ ਸੁਣ ਲਓ। ਆਪਾਂ ਪਾਤਸ਼ਾਹ ਨੇ ਕੀ ਲਿਖਿਆ ਗਾ, ਕਹਿੰਦੇ ਛੋਡੇ ਅੰਨ, ਆਹ ਤਾਂ ਗੱਲ ਜੱਚ ਗਈ। ਕਰੇ ਪਖੰਡ, ਇਹ ਵੀ ਗੱਲ ਜੱਚ ਗਈ, ਸੁਣ ਲਈ। ਅੰਨ ਛੱਡ ਕੇ ਪਖੰਡ ਹੁੰਦਾ, ਸਾਰਾ ਝੂਠ ਦਾ ਸਿਲਸਿਲਾ ਇਹਦੇ ਨਾਲ ਜੁੜਿਆ ਪਿਆ। ਵਪਾਰੀ ਵਰਗ ਇਹਨਾਂ ਦਿਨਾਂ ਦੇ ਨਾਲ ਜੁੜੇ ਹੋਏ ਨੇ, ਵਪਾਰੀ ਵਰਗ, ਠੀਕ ਹੈ ਨਾ। ਇਹ ਤਾਂ ਗੱਲ ਚਲੋ ਹੋ ਗਈ। ਬਹੁਤ ਕੁਛ ਇਹਨਾਂ ਦਿਨਾਂ ਦੇ ਵਿੱਚ ਵਿਕਦਾ, A ਤੋਂ Z ਸਭ ਕੁਛ ਵਿਕਦਾ, ਹਨਾ। ਬਹੁਤ ਵੱਡੇ ਪੱਧਰ ਤੇ ਵਪਾਰ ਹੁੰਦਾ। ਦੂਜੀ ਗੱਲ, ਸਤਿਗੁਰੂ ਪਾਤਸ਼ਾਹ ਜੀ ਫਿਰ ਅਗਲੀ ਤੁਕ ਵਿੱਚ ਕਹਿੰਦੇ ਨੇ, ਨਾ ਉਹ ਸੁਹਾਗਣ, ਸੱਚੀ ਗੱਲ ਤਾਂ ਆ ਸੁਹਾਗਣ ਆਪਾਂ ਸਮਝਦੇ ਨਾ ਵੀ ਕਿਹਨੂੰ ਕਹਿੰਦੇ ਨੇ। ਪਾਤਸ਼ਾਹ ਜੀ ਕਹਿੰਦੇ ਉਹ ਸੁਹਾਗਣ ਨਹੀਂ ਹੈ, ਨਾ ਉਹ ਰੰਡ, ਨਾ ਉਹ ਰੰਡੀ ਆ।
ਕਿੱਡਾ ਵੱਡਾ ਪਾਤਸ਼ਾਹ ਨੇ ਪੁਆਇੰਟ ਇੱਥੇ ਵਰਤਿਆਗਾ, ਤੇ ਦੱਸੋ ਭਲਾ ਅਸੀਂ ਕੀ ਕਰਾਂਗੇ ਇਹਦੇ ਪਰ ਥਾਏ। ਹੁਣ ਇੱਥੇ ਗੱਲ ਅਸਲੀਅਤ ਇਹ ਆ ਵੀ ਜੇ ਤਾਂ ਨਾ ਉਹ ਸਿਆਣਿਆਂ ਦੇ ਬੋਲ ਹੁੰਦੇ ਨੇ, ਕਹਿੰਦੇ ਜੇ ਤਾਂ ਤੇਰੇ 'ਚ ਅਣਖਾ ਤਾਂ ਮੇਰੀ ਗੱਲ ਸੁਣ ਕੇ ਸਮਝ ਕੇ ਅੱਗੇ ਚੰਗੇ ਕਦਮ ਧਰ ਲਾ, ਵੀ ਜਾਣੀ ਕਿ ਚੰਗੇ ਪਾਸੇ ਤੁਰ ਪਾ। ਜੇ ਅਣਖ ਹੈ ਹੀ ਨਹੀਂ ਫੇਰ ਤੇਰੀ ਮਰਜ਼ੀ ਆ ਭਾਈ। ਹੋਰ ਵੀ ਕਹਾਵਤ ਲੈ ਲਓ, ਕਹਿੰਦੇ ਸੁਬਹ ਦਾ ਭੁੱਲਿਆ ਸ਼ਾਮ ਨੂੰ ਵਾਪਸ ਪਰਤ ਆਵੇ ਨਾ, ਤੇ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ, ਤੇ ਉਹਦੇ ਸੁਬਹ ਦੇ ਭੁੱਲੇ ਹੋਏ ਭਟਕੇ ਹੋਏ ਰਸਤੇ ਵਾਲੇ ਨੂੰ ਕੀ ਕਿਹਾ ਜਾਂਦਾ? ਸਿਆਣੇ ਸੀ ਜਿਹੜਾ ਮੁੜਿਆ ਆ। ਤੇ ਜੇ ਆਪਾਂ ਗੁਰੂ ਨਾਨਕ ਬਾਬਾ ਜੀ ਦੀ ਭਗਤ ਕਬੀਰ ਸਾਹਿਬ ਜੀ ਦੀ ਆ ਉਲਾਂਭੇ ਵਾਲੀ ਗੱਲ ਸੁਣ ਕੇ ਵਾਪਸ ਮੁੜ ਆਈਏ ਨਾ, ਤਾਂ ਕੀ ਮੰਨਿਆ ਜਾਊਗਾ? ਸਿਆਣੇ ਆ। ਚਲੋ ਪਹਿਲਾਂ ਪਾਤਸ਼ਾਹ ਸਾਨੂੰ ਪਤਾ ਨਹੀਂ ਸੀਗਾ ਵੀ ਤੂੰ ਐਡੀਆਂ ਐਡੀਆਂ ਗੱਲਾਂ ਬਾਣੀ 'ਚ ਲਿਖੀ ਬੈਠਾ, ਕਿਉਂਕਿ ਮੈਂ ਪੜ੍ਹੀਆਂ ਨਹੀਂ ਸੀ, ਹੁਣ ਮੈਨੂੰ ਪਤਾ ਲੱਗ ਗਿਆ, ਤੇ ਮੈਂ ਅੱਜ ਤੋਂ ਬਾਅਦ ਇਸ ਪਖੰਡ ਦੀ ਦਲਦਲ ਵਿੱਚ ਨਾ ਫਸਾਂਗਾ ਤੇ ਨਾ ਆਪਣੇ ਬੱਚਿਆਂ ਨੂੰ ਫਸਣ ਦੇਵਾਂਗਾ। ਬੱਚਿਆਂ ਤੱਕ ਤਾਂ ਜ਼ੋਰ ਹੈਗਾ ਨਾ ਮੈਂ ਬੱਚਿਆਂ ਨੂੰ ਫਸਣ ਦੇਵਾਂਗਾ, ਨਾ ਮੈਂ ਵਪਾਰੀ ਵਰਗ ਦੇ ਵਿੱਚ ਪਵਾਂ, ਦੇਣ ਲੈਣ ਦੇ ਢਾਂਚੇ ਵਿੱਚ ਪਵਾਂ। ਮੈਂ ਦੋਨੇ ਤਿੰਨੇ ਕੰਮ ਕੁਛ ਵੀ ਨਹੀਂ ਕਰਨਗੇ। ਕਿਉਂ? ਮੈਨੂੰ ਇਸ ਗੱਲ ਦੀ ਨਾ ਸ਼ਰਮਿੰਦਗੀ ਆ, ਤੂੰ ਜਿਹੜੀ ਗੱਲ ਕਹਿਤੀ, ਨਾ ਉਹ ਸੁਹਾਗਣ ਨਾ ਉਹ ਰੰਡ ਵਰਤਾਂ ਦੇ ਸੰਬੰਧ 'ਚ ਫਸਣ ਵਾਲੇ, ਚਾਹੇ ਉਹ ਭਰਾ ਨੇ ਤੇ ਚਾਹੇ ਉਹ ਭੈਣਾਂ ਨੇ। ਆਪਾਂ ਗੱਲ ਆਰੰਭਤਾ ਦੇ ਵਿੱਚ ਕੀਤੀ ਆ ਵੀ ਚਾਹੇ ਭੈਣ ਆ ਤੇ ਚਾਹੇ ਭਰਾ, ਦੋਵਾਂ ਨੂੰ ਗੱਲ ਕਹੀ ਆ, ਇੱਕ ਨੂੰ ਨਹੀਂ ਕਹੀ ਗਈ। ਪਰ ਗੱਲ ਇੱਕ ਤੇ ਢੁਕਦੀ ਆ, ਕਿਉਂਕਿ ਇਹ ਪੁਜਾਰੀ ਦੀ ਚਾਲ ਆ ਵੀ ਧੀ ਨਾਲ ਗੱਲ ਜੋੜਤੀ, ਧੀ ਨਾਲ ਗੱਲ ਜੋੜਤੀ, ਸਾਰੀ ਔਰਤ ਨਾਲ ਗੱਲ ਜੋੜਤੀ, ਠੀਕ ਹੈ ਨਾ। ਫਿਰ ਔਰਤ ਦੇ ਸੰਬੰਧੀ ਆਪਾਂ ਨੂੰ ਪਤਾ, ਸਾਡੇ ਦਿਲ ਦਿਮਾਗ ਵਿੱਚ ਵਿਚਾਰਾਂ ਬਹੁਤ ਚੱਲਦੀਆਂ ਨੇ। ਇਹ ਕਿਉਂ ਸ਼ੁਰੂ ਕਿੱਥੋਂ ਹੋਇਆ? ਥੋੜਾ ਜਿਹਾ ਆਪਾਂ ਨਾ ਇੱਕ ਬਨੌਟੀ ਸਾਖੀ ਤੋਂ ਸਿੱਧ ਕਰ ਲਓ ਗੱਲ ਨੂੰ, ਫਿਰ ਆਪਾਂ ਅੱਗੇ ਚੱਲਾਂਗੇ। ਕਰਵਾ ਚੌਥ, ਵੈਸੇ ਤਾਂ ਮੈਂ ਕਹਿਣਾ ਹੁੰਨਾ ਗਾ ਵੀ ਇਹ ਗੱਲ ਨਾ ਜਿਹੜੀਆਂ ਤਾਂ ਕਹਾਣੀਆਂ ਸੁਣਾਉਂਦੀਆਂ ਨੇ ਪਹਿਲਾਂ ਤਾਂ ਉਹਨਾਂ ਨੂੰ ਪੁੱਛੋ ਜਾ ਕੇ, ਕਿਉਂਕਿ ਜਦੋਂ ਕਿਸੇ ਗੱਲ ਤੇ ਆਪਾਂ ਚੋਟ ਕਰਨੀ ਆ ਤਾਂ ਆਪਾਂ ਵੀ ਇੱਕ ਸੱਚ ਦੇ ਆਸ਼ਿਕਾਂ ਦਾ ਗਰੁੱਪ ਬਣਾ ਸਕਦੇ ਆ ਨਾ, ਸੱਚ ਦੇ ਆਸ਼ਿਕਾਂ ਦੀ ਇੱਕ ਸੰਸਥਾ ਬਣਾ ਸਕਦੇ ਆ ਨਾ, ਵੀ ਆਪਾਂ ਪੁੱਛੋ ਭਾਈ ਇਹ ਕਹਾਣੀ ਕਦੋਂ ਸ਼ੁਰੂ ਹੋਈ ਆ, ਕਿਹਨੇ ਸ਼ੁਰੂ ਕੀਤੀ ਸੀ, ਕਿਹੜਾ ਰਾਜਾ ਸੀ, ਕਿਹੜੀ ਰਾਣੀ ਸੀ? ਕਹਿੰਦੇ ਕੋਈ ਪਤਾ ਨਹੀਂ। ਐਂ ਪੁੱਛਣਾ ਤਾਂ ਸਖਤ ਮਨਾ ਹੈ, ਐਂ ਪੁੱਛਣਾ ਤਾਂ ਨਾ ਸਖਤ ਮਨਾ, ਤੁਸੀਂ ਪੁੱਛ ਨਹੀਂ ਸਕਦੇ। ਚਲੋ ਜੋ ਗੱਲ ਹੈ ਮੈਂ ਤੈਨੂੰ ਪੁੱਛ ਲਈ, ਤੂੰ ਕਹਿਤਾ ਪੁੱਛਣਾ ਮਨਾ ਗਾ, ਇੱਕ ਗੱਲ ਦਾ ਜਵਾਬ ਦੇ ਦੋ, ਫਿਰ ਇਹਦਾ ਨਾਂ ਕਿਉਂ ਇਉਂ ਪਿਆ, ਇਉਂ ਨਾਂ ਕਿਉਂ ਪਿਆ ਇਹ ਵੀ ਦੱਸ ਦੇ। ਇਹ ਵੀ ਨਹੀਂ ਪਤਾ। ਪਹਿਲੀ ਗੱਲ ਤਾਂ ਜਿਹੜੇ ਮੋਢੀ ਆ ਠੱਗ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ। ਜਿੱਥੋਂ ਤੱਕ ਆਪਾਂ ਨੂੰ ਵਿਸ਼ਵਾਸ ਆ, ਗੁਰੂ ਦੀ ਬੁੱਕਲ 'ਚ ਬੈਠੇ ਆ, ਗੁਰੂ ਦੀ ਗੋਦ 'ਚ ਬੈਠੇ ਆ ਨਾ ਤੁਸੀਂ ਸਾਰੇ ਆਪਾਂ। ਤੇ ਜਿਹੜੀ ਗੱਲ ਇੱਥੋਂ ਸ਼ੁਰੂ ਹੋਈ ਆ, ਦੂਜੀ ਗੱਲ ਜੋ ਭੈਣਾਂ ਜੋ ਵੀਰ ਇਸ ਗ੍ਰਿਫਤ ਵਿੱਚ ਫਸੇ ਨੇ ਉਹਨਾਂ ਨੂੰ ਪੁੱਛ ਗਏ ਤਾਂ ਸ਼ਾਇਦ ਉਹ ਵੀ ਇਸ ਗੱਲ ਤੋਂ ਨਹੀਂ ਦੱਸ ਪਾਉਣਗੇ, ਉਹ ਵੀ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਣਗੇ। ਵਾਹਿਗੁਰੂ ਭਲਾ ਕਰੇ। ਤੁਸੀਂ ਸੂਝਵਾਨ ਹੋ, ਸਿਆਣੇ ਹੋ, ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ, ਤੁਹਾਨੂੰ ਪਤਾ ਹੋਵੇਗਾ। ਨਹੀਂ ਪਤਾ ਤਾਂ ਆਪਾਂ ਸੁਣ ਕੇ ਸਮਝਣਾਗਾ, ਜੇ ਪਤਾ ਤਾਂ ਸ਼ਾਬਾਸ਼ੇ, ਦੁਬਾਰਾ ਆਪਾਂ ਰਿਪੀਟ ਕਰ ਲਓ ਗੱਲ ਨੂੰ। ਕਹਿੰਦੇ ਨਾ ਇੱਕ ਦੇਖੋ ਇਹ ਝੂਠੀ ਕਹਾਣੀ ਜਿਹੜੀ ਮੈਂ ਇੱਥੇ ਬੋਲਣ ਲੱਗਿਆਗਾ, ਕਹਿੰਦੇ ਇੱਕ ਨੌਜਵਾਨ ਵੀਰ ਆਪਣੀ ਪਤਨੀ ਸਮੇਤ ਰਸਤੇ ਵਿੱਚੋਂ ਦੀ ਜਾ ਰਿਹਾ, ਰਸਤੇ ਚੋਂ ਦੀ ਜਾ ਰਿਹਾ ਗਾ। ਹੁਣ ਅੱਜ ਵਾਲੇ ਰਸਤੇ ਤਾਂ ਨਹੀਂ ਹੈ, ਆਪਾਂ ਇਹਨੂੰ ਥੋੜਾ ਥੋੜਾ ਨਾਲ ਨਾ ਕਲਪਨਾ ਕਰੀ ਚਲੋ, ਮਨ 'ਚ ਕਲਪਨਾ ਵੀ ਇਹ ਰਸਤੇ ਉਦੋਂ ਦੇ ਨੇ ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਤੁਰ ਕੇ ਜਾਂਦੇ ਨੇ, ਉਦੋਂ ਦਾ ਰਸਤਾ। ਹੁਣ ਕਹਿੰਦੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕਹਿੰਦੇ ਉਹ ਬੱਚੀ, ਉਹ ਧੀ ਹੋ ਗਈ ਬੇਅਕਲ, ਮਤਲਬ ਉਹਨੂੰ ਲੱਗੀ ਪਾਣੀ ਦੀ ਪਿਆਸ, ਤੇ ਉਹ ਕਹਿੰਦੀ ਮੈਥੋਂ ਤੁਰਿਆ ਨਹੀਂ ਜਾਂਦਾ, ਪਹਿਲਾਂ ਮੇਰੇ ਪਾਣੀ ਦਾ ਪ੍ਰਬੰਧ ਕਰ ਤੇ ਫਿਰ ਮੈਂ ਅੱਗੇ ਤੁਰ ਸਕਦੀ ਆ, ਤੇ ਨਹੀਂ ਮੈਨੂੰ ਤੁਰਨਾ ਮੁਸ਼ਕਲ ਆ। ਜੋ ਘਰੋਂ ਪਾਣੀ ਦਾ ਪ੍ਰਬੰਧ ਕਰਕੇ ਤੁਰੇ ਸੀ, ਮੰਨ ਲਓ ਵੀ ਉਹ ਮੁੱਕ ਗਿਆ। ਉਹ ਬੱਚੀ ਇੱਕ ਥਾਂ ਤੇ ਬੈਠ ਗਈ ਤੇ ਉਹ ਬੱਚੀ ਦੇ ਘਰ ਵਾਲਾ ਪਾਣੀ ਲੈਣ ਵਗ ਗਿਆ, ਥੋੜੀ ਜਿਹੀ ਨਾਲ ਲੱਗਦਾ ਦੂਰ ਨੇੜੇ ਕਿਤੇ ਕਹਿ ਲਓ ਵੀ ਪਾਣੀ ਲੈਣ ਚਲਾ ਗਿਆ।
ਤੇ ਉਸ ਨੌਜਵਾਨ ਦੀ ਹਮ ਉਮਰ, ਉਨੀ ਬਰੋਬਰ ਦੀ ਉਮਰ, ਹਮ ਸ਼ਕਲ, ਸੇਮ ਸ਼ਕਲ ਦਾ ਨੌਜਵਾਨ ਉਸ ਤੋਂ ਪਹਿਲਾਂ ਪਾਣੀ ਲੈ ਕੇ ਉਸ ਬੱਚੀ ਕੋਲੇ ਆ ਗਿਆ ਤੇ ਉਹ ਬੱਚੀ ਨੇ ਪਾਣੀ ਪੀ ਲਿਆ। ਜਦੋਂ ਪਾਣੀ ਪੀ ਲਿਆ, ਜਿਹੜਾ ਓਰੀਜਨਲ ਅਸਲੀ ਘਰ ਵਾਲਾ ਸੀ ਉਹ ਪਹੁੰਚਿਆ, ਉਹਨੇ ਦੇਖਿਆ ਵੀ ਤਾਂ ਕੌਤਕ ਹੀ ਹੋਰ ਵਰਤ ਗਿਆ, ਜਾਣੀ ਕਿ ਮਿਥਿਹਾਸਕ ਕਹਾਣੀ ਜਿਹੜੀ ਮਿਥੀ ਹੋਈ ਆ, ਅਸਲੀਅਤ ਨਹੀਂ, ਮਿਥੀ ਹੋਈ ਕਹਾਣੀ। ਜਦੋਂ ਮਤਲਬ ਕਿ ਉਹ ਪਹੁੰਚਿਆ, ਉਹ ਪਤਨੀ ਨੂੰ, ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਇਹ ਕੌਣ ਆ? ਉਹ ਵਿਚਾਰੀ ਕਹਿੰਦੀ ਮੇਰੇ ਘਰ ਵਾਲਾ ਇਹ। ਕਹਿੰਦੀ ਤੂੰ ਗਲਤ ਹੋਵੇਂਗਾ, ਇਹ ਤਾਂ ਮੇਰੇ ਘਰ ਵਾਲਾ, ਹੁਣ ਗਿਆ ਸੀ ਪਾਣੀ ਲੈਣ, ਝੱਟ ਮੁੜਿਆ ਆ, ਪਰ ਤੂੰ ਹੁਣ ਆਇਆ। ਉਹ ਪਤੀ ਕਹਿੰਦਾ ਨਹੀਂ, ਤੇਰੇ ਘਰ ਵਾਲਾ ਮੈਂ ਆ। ਤੇ ਜਿਹੜਾ ਨਕਲੀ ਸੀਗਾ ਉਹ ਚੁੱਪਾ ਨਾ ਹੋ। ਜਾਣੀ ਕਿ ਅਸਲੀ ਪਤੀ ਤੇ ਪਤਨੀ ਦਾ ਆਪਸ ਵਿੱਚ ਪੈ ਗਿਆ ਰੌਲਾ, ਦੋਨਾਂ ਦੇ ਵਿੱਚ ਨਾ ਰੌਲਾ ਪੈ ਗਿਆ, ਬਹਿਸ ਹੋ ਗਈ। ਵਿੱਚੋਂ ਦੀ ਜਿਹੜਾ ਨਕਲੀ ਆ ਕਦੇ ਕਦੇ ਬੋਲ ਪੈਂਦਾ, ਨਹੀਂ ਮੈਂ ਅਸਲੀ ਆਂਗਾ, ਕਦੇ ਕਦੇ ਬੋਲ ਪੈਂਦਾਗਾ। ਕਹਿੰਦੇ ਚਲੋ ਜੋ ਇੱਥੋਂ ਦਾ ਰਾਜਾ, ਹੋਰ ਰਾਹੀ ਫਾਂਦੀ ਇਕੱਠੇ ਹੋ ਗਏ 5-7, ਚਲੋ ਕਹਿੰਦੇ ਜੋ ਇੱਥੋਂ ਦਾ ਰਾਜਾ, ਕਹਿੰਦੇ ਆਪਾਂ ਉਹਦੇ ਕੋਲੇ ਚੱਲੋ, ਉੱਥੋਂ ਫੈਸਲਾ ਕਰਾਉਣੇ ਆ ਵੀ ਗੜਬੜ ਆ ਹੋ ਗਈ, ਕਹਾਣੀ ਆ ਬਣ ਗਈ, ਤੇ ਤੂੰ ਨਿਆਂ ਕਰ। ਹੁਣ ਸ਼ਕਲ ਦੋਵਾਂ ਦੀ ਇੱਕੋ ਜੀ ਆ, ਪਰ ਪਤਨੀ ਨੂੰ ਭੁਲੇਖਾ ਪੈ ਗਿਆ, ਕਹਿੰਦਾ ਮੈਂ ਤੇਰਾ ਅਸਲੀ ਪਤੀ ਆ ਤੇ ਇਹ ਤੇਰਾ ਨਕਲੀ ਹੈਗਾ ਪਤੀ। ਪਰ ਇਦਾਂ ਨਹੀਂ, ਮਤਲਬ ਕਿ ਤੂੰ ਅਸਲੀ ਦੀ ਪਹਿਚਾਣ ਕਰ। ਪਤਨੀ ਕਮਲੀ ਨਕਲੀ ਦੀ ਬਾਂਹ ਫੜਨ ਦੀ, ਕਹਿੰਦੀ ਆ ਮੇਰਾ ਪਤੀ ਹੈਗਾ। ਜਦੋਂ ਮੌਕੇ ਦੇ ਮੋਹਤਵਾਰ ਸੱਜਣ ਕੋਲੇ, ਜਾਣੀ ਕਿ ਕਿਸੇ ਪਿੰਡ ਦੇ, ਨਗਰ ਦੇ ਨੁਮਾਇੰਦੇ ਕੋਲ ਚਲੇ ਗਏ, ਰਾਜੇ ਦੇ ਕੋਲ ਚਲੇ ਗਏ, ਤੇ ਕਹਿੰਦੇ ਉਹ ਰਾਜੇ ਨੇ ਦੋਵਾਂ ਵੱਲ ਟਿਕੀ ਲਾ ਕੇ ਵੇਖੀ, ਸਮਝ ਗਿਆ ਵੀ ਗੜਬੜ ਤਾਂ ਹੈਗੀ ਆ, ਪਰ ਦੋਵੇਂ ਹੈ ਹਮ ਸ਼ਕਲ। ਰਾਜੇ ਨੇ ਇੱਕ ਮਿਥੀ ਹੋਈ ਕਹਾਣੀ ਦੇ ਮੁਤਾਬਕ ਅੰਦਰ ਸੋਚ ਲਈ ਵੀ ਇੱਕ ਕੋਈ ਸ਼ੈ ਆ ਤੇ ਇੱਕ ਅਸਲੀ ਪਤੀ ਆ, ਪਰ ਪਤਾ ਮੈਨੂੰ ਵੀ ਨਹੀਂ ਲੱਗ ਰਿਹਾ ਵੀ ਅਸਲੀ ਕੌਣ ਆ ਤੇ ਨਕਲੀ ਕੌਣ ਆ। ਜਿਹੜੀ ਕੋਈ ਸ਼ੈ ਆ ਨਾ, ਤੇ ਉਹ ਤਾਂ ਹਵਾ ਦਾ ਰੂਪ ਆ, ਜਿਵੇਂ ਆਪਾਂ ਵੀ ਕਹਿੰਦੇ ਜਿਹੜੀ ਸ਼ੈ ਆ ਨਾ ਦੀਂਦੀ ਨਹੀਂ ਹੁੰਦੀ, ਇਹ ਤਾਂ ਭਾਈ ਨਾ ਬਹੁਤ ਛੋਟੇ ਆਕਾਰ ਵਿੱਚੋਂ ਦੀ ਹੋ ਕੇ ਮੋਰੀ 'ਚ ਦੀ ਲੰਘ ਜਾਂਦੀ ਆ, ਤੇ ਬਹੁਤ ਵੱਡੇ ਆਕਾਰ ਦੀ ਵੀ ਬਣ ਜਾਂਦੀ ਆ, ਜਿਹਦੇ ਵਾਸਤੇ ਕੋਈ ਕਮਰਾ ਵੀ ਨਾ ਹੋਵੇ ਬੈਠਣ ਨੂੰ। ਹੁਣ ਰਾਜੇ ਨੇ ਆਪਣੇ ਦਿਮਾਗ ਦੇ ਮੁਤਾਬਕ ਆਈਡੀਆ ਲਾਇਆ, ਕਹਿੰਦਾ ਜਿਹੜਾ ਤੁਹਾਡੇ ਵਿੱਚੋਂ ਅਸਲੀ ਪਤੀ ਆ, ਜਿਹੜਾ ਅਸਲੀ ਆ ਨਾ, ਉਹ ਆ ਇੱਕ ਮੈਂ ਗੰਗਾ ਸਾਗਰ ਮੰਗਵਾਇਆ, ਜਾਣੀ ਕਿ ਕੁੱਜਾ ਮੰਗਵਾਇਆ, ਕਰੂਆ ਮੰਗਵਾਇਆ, ਤੇ ਇਹਦੇ ਵਿੱਚੋਂ ਦੀ ਲੰਘੋ, ਇਹਦੇ ਵਿੱਚੋਂ ਦੀ ਫਿਰ ਕੇ ਦਿਖਾਓ। ਮਿਥੀ ਹੋਈ ਕਹਾਣੀ ਮੁਤਾਬਕ ਉਹ ਰਾਜੇ ਨੇ ਆਹ ਤਰੀਕਾ ਵਰਤਿਆ। ਹੁਣ ਜਿਹੜਾ ਤਾਂ ਓਰੀਜਨਲ ਪਤੀ ਸੀਗਾ ਸਰੀਰ ਕਰਕੇ, ਉਹ ਕਹਿੰਦਾ ਵੀ ਮੈਥੋਂ ਨਹੀਂ ਲੰਘ ਹੋਣਾ ਇਹਦੇ ਵਿੱਚੋਂ ਦੀ, ਤੇ ਜਿਹੜਾ ਨਕਲੀ ਸੀਗਾ, ਰਾਜੇ ਨੇ ਆਪਸ਼ਨ ਇਹ ਦਿੱਤੀ ਸੀ ਵੀ ਉਹਦੇ ਨਾਲ ਮੈਂ ਧੀ ਨੂੰ ਤੋੜ ਦੂੰ ਜਿਹੜਾ ਇਹਦੇ ਵਿੱਚੋਂ ਦੀ ਪਾਰ ਹੋ ਗਿਆ। ਜਿਹੜਾ ਨਕਲੀ ਸੀਗਾ ਉਹ ਝੱਟ ਕੁੱਜੇ 'ਚ ਵੜ ਗਿਆ, ਜਾਣੀ ਕਿ ਉੱਥੇ ਲਿਖਿਆ ਗੰਗਾ ਸਾਗਰ, ਝੱਟ ਉਸ ਵਿੱਚ ਵੜ ਗਿਆ। ਜਦੋਂ ਉਸ ਵਿੱਚ ਵੜਿਆ, ਕੁੱਜੇ 'ਚ ਵੜਿਆ, ਤਾਂ ਰਾਜੇ ਨੇ ਉੱਤੋਂ ਗੜਪ ਦੇਣੇ, ਕਹਿੰਦੇ ਬੰਦ ਕਰਤਾ। ਰਾਜੇ ਨੇ ਕਰਤਾ ਬੰਦ, ਤੇ ਕਹਿੰਦੇ ਹੁਣ ਉਹ ਵਿੱਚ ਬੈਠਾ ਰੋ ਰਿਹਾ, ਭੁੱਬਾਂ ਮਾਰ ਰਿਹਾ ਗਾ, ਉਹ ਰੋਣ ਲੱਗ ਗਿਆ। ਤੇ ਜਿਹੜਾ ਬਾਹਰ ਸੀਗਾ ਉਹ ਅਸਲੀ ਪਤੀ ਰਹਿ ਗਿਆ। ਉਹ ਧੀ ਨੂੰ ਉਹ ਅਸਲੀ ਪਤੀ ਬਾਰੇ ਜਾਣਕਾਰੀ ਦਿੱਤੀ ਵੀ ਇਹ ਤੇਰਾ ਅਸਲੀ ਪਤੀ ਆ, ਉਹ ਕੋਈ ਭੂਤ ਪ੍ਰੇਤ ਬਗਾਨੀ ਓਪਰੀ ਛੈ ਸੀ, ਉਹਨੂੰ ਮੈਂ ਕੁੱਜੇ 'ਚ ਬੰਦ ਕਰ ਲਿਆ, ਤੇ ਦੂਰ ਨੇੜੇ ਕਿਤੇ ਉਹਨੂੰ ਨੱਪ ਦਾਂਗੇ, ਟੋਆ ਪੱਟ ਕੇ ਮਾਰ ਦਾਂਗੇ, ਖਤਮ ਕਰ ਦਾਂਗੇ। ਜਦੋਂ ਹੁਣ ਉਹ ਰੋਣ ਲੱਗ ਗਿਆ ਨਾ ਕੁੱਜੇ ਵਾਲਾ, ਤੇ ਕਹਿੰਦਾ ਰਾਜਾ ਸਾਹਿਬ ਚੰਗਾ, ਮੈਨੂੰ ਫਿਰ ਤੁਸੀਂ ਨਾ ਕੁੱਜੇ 'ਚ ਬੰਦ ਕਰ ਲਿਆ, ਮੈਨੂੰ ਪਤਾ ਘੜੀ 2 ਘੜੀਆਂ ਤੱਕ ਮੈਨੂੰ ਤੁਸੀਂ ਮਾਰ ਦੇਵੋਗੇ, ਖਤਮ ਕਰ ਦੇਵੋਗੇ, ਮੈਨੂੰ ਕਿਤੇ ਦੱਬ ਦੇਵੋਗੇ, ਪਰ ਮੇਰੀ ਇੱਕ ਸ਼ਰਤ ਆ, ਤੂੰ ਤਰਸ ਕਰ ਮੇਰੇ ਤੇ ਥੋੜੀ ਬਹੁਤੀ ਦਇਆ ਕਰ। ਰਾਜਾ ਕਹਿੰਦਾ ਚੰਗਾ, ਫਿਰ ਕੀ ਦਇਆ ਕਰਾਂ ਤੇਰੇ ਤੇ, ਕੀ ਤਰਸ ਕਰਾਂ? ਉਹ ਕਹਿੰਦਾ ਮੇਰੀ ਇੱਕ ਗੱਲ ਸੁਣ ਕੇ ਉਹਨੂੰ ਮੰਨ ਲਾ, ਮੇਰਾ ਬਚਨ ਪੁਗਾ ਦੇ, ਮੇਰਾ ਬਚਨ ਪੁਗਾ ਦੇ। ਇੱਕ ਕਿਹੜਾ ਬਚਨ? ਕਹਿੰਦਾ ਮੈਂ ਇਸ ਬੱਚੀ ਦਾ ਪਤੀ ਤਾਂ ਬਣਿਆ ਨਾ, ਭਾਵੇਂ ਮੈਂ ਕੁਝ ਘੰਟੇ, ਇੱਕ ਦਿਹਾੜੀ ਬਣ ਗਿਆ, ਇੱਕ ਦਿਹਾੜੀ ਜਾਂ ਕੁਝ ਘੰਟੇ ਪਤੀ ਬਣਿਆਗਾ, ਹੁਣ ਮੈਂ ਮਰ ਜਾਊਂਗਾ, ਪਰ ਮੇਰੀ ਬੇਨਤੀ ਆ, ਇਹ ਮੇਰੇ ਮਰੇ ਦਾ ਅਫਸੋਸ ਤਾਂ ਕਰੇ ਨਾ, ਅਫਸੋਸ ਕਰੇ ਮੇਰੇ ਮਰੇ ਦਾ। ਪਤੀ ਮਰੇ ਦਾ ਪਤਨੀ ਨੂੰ ਅਫਸੋਸ ਹੁੰਦਾ ਨਾ, ਤੇ ਮੇਰਾ ਅਫਸੋਸ ਤਾਂ ਕਰੇ ਨਾ ਇਹ।
चलो राजा कहता मैं फिर एक कानून च गल लिख दिना, साल बाद एक दिन आऊगा, ਜਿਹੜਾ ਕਰੂਏ ਚ ਬੰਦ ਪਤੀ ਆ ਨਾ ਉਹਦਾ ਅਫਸੋਸ ਮਨਾਇਆ ਕਰੂਗੀ ਤੇ ਉਸ ਦਿਨ ਭੁੱਖੀ ਰਿਹਾ ਕਰੂਗੀ। ਰਾਜੇ ਨੇ ਕਹਿੰਦੇ ਉਹ ਆਪਣੀ ਲਿਸਟ ਦੇ ਵਿੱਚ ਦਿਨ ਲਿਖ ਦਿੱਤਾ ਤੇ ਉਸ ਦਿਨ ਤੋਂ ਇਹ ਗੱਪ ਕਹਾਣੀ ਜਿਹੜੀ ਗੱਪ ਮਤਲਬ ਕਿ ਦਿਨਾਂਗਾ ਇਹ ਸ਼ੁਰੂ ਹੋ ਗਿਆ ਭਾਈ। ਉਸ ਦਿਨ ਤੋਂ ਸ਼ੁਰੂ ਹੋ ਗਿਆ ਤੇ ਇਹਦਾ ਨਾਂ ਕੀ ਪੈ ਗਿਆ? ਕਰਵਾ ਚੌਥ। ਕਰਵਾ ਕਰੂਆ ਭਾਂਡਾ ਮਿੱਟੀ ਦਾ ਬਰਤਨ, ਉਹ ਮਿੱਟੀ ਦੇ ਬਰਤਨ 'ਚ ਨਕਲੀ ਸ਼ੈ ਨਕਲੀ ਪਤੀ ਬੰਦ ਕੀਤਾ ਰਾਜੇ ਨੇ। ਉਦੋਂ ਬਾਅਦ ਉਹਨੂੰ ਮਾਰਤਾ। ਉਹਦੇ ਮਰੇ ਦਾ ਇੱਕ ਦਿਨ ਵਾਸਤੇ ਸਾਡੀਆਂ ਧੀਆਂ ਦੁੱਖ ਨਾ ਕਹਿਣਾ ਪੈਂਦਾ, ਅਫਸੋਸ ਮਨਾਉਂਦੀਆਂ, ਪਰ ਇਸ ਪਖੰਡ 'ਚ ਸਾਨੂੰ ਪੈਣਾ ਨਹੀਂ ਚਾਹੀਦਾ। ਉਹ ਮਰਜ਼ੀ ਤੁਹਾਡੀ ਆ ਭਾਈ। ਉਹ ਆਪਾਂ ਗੱਲ ਪਹਿਲਾਂ ਵੀ ਕੀਤੀ ਆ। ਹੁਣ ਸਮਾਂ ਪਾ ਕੇ ਇਹ ਵਪਾਰੀਕਰਨ ਬਣ ਗਿਆ, ਦੇਣ ਲੈਣ ਦਾ ਵਪਾਰ, ਫਲ ਫਰੂਟਾਂ ਦਾ ਵਪਾਰ ਚੱਲ ਪਿਆ ਨਾ ਕੰਮ। ਧੀ ਦੇ ਪੇਕੇ ਵੀ ਆਉਂਦੇ ਦੇਣ ਲੈਣ। ਅੱਛਾ ਸਹੁਰਾ ਘਰ ਐ ਨਹੀਂ ਕਹਿੰਦਾ ਵੀ ਨਾ ਆਓ, ਵੀ ਚਲੋ ਕੋਈ ਗੱਲ ਨਹੀਂ, ਤੁਹਾਡੀ ਸਥਿਤੀ ਕਿਹੋ ਜੀ ਆ, ਚੰਗੀ ਆ ਚਾਹੇ ਮਾੜੀ ਆ, ਉਹਦੇ ਨਾਲ ਸੰਬੰਧਤ ਨਹੀਂ, ਪਰ ਤੁਸੀਂ ਭਾਈ ਇਹ ਪਖੰਡ 'ਚ ਨਾ ਪਾਓ, ਸਾਨੂੰ ਵਾਹਿਗੁਰੂ ਨੇ ਬੜਾ ਹੀ ਕੁਛ ਦਿੱਤਾ ਗਾ, ਕੋਈ ਗੱਲ ਨਹੀਂ, ਵਧਾ ਘਟਾ ਆਉਂਦਾ ਹੀ ਰਹਿੰਦਾ ਗਾ। ਜਿੱਦੇ ਸਾਨੂੰ ਕੋਈ ਤਕਲੀਫ ਹੋਈ ਨਾ ਤੁਸੀਂ ਸਾਡੀ ਹੈਲਪ ਕਰ ਦਿਓ। ਇਹ ਤਾਂ ਗੱਲ ਜੱਚ ਗਈ ਨਾ। ਇਹ ਭੁੱਖ ਨਹੀਂ ਰੱਖਣੀ ਵੀ ਆਉਣ ਦੋ, ਦੋ ਚਾਰ ਸੂਟ ਆਉਣ ਦੋ, ਫਰੂਟ ਆਉਣ ਦੋ, ਪੈਸੇ ਆਉਣ ਦਿਓ, ਜਿਹੜਾ ਕੁਛ ਆਉਂਦਾ ਆਉਣ ਦਿਓ। ਇੱਥੋਂ ਕੀ ਸਿੱਧ ਹੋਊਗਾ? ਅਸੀਂ ਲੋਭੀ ਬਣ ਗਏ। ਲੋਭ ਭਾਵੇਂ ਫਲ ਫਰੂਟ ਦਾ, ਭਾਵੇਂ 100 ਰੁਪਏ ਦੀ ਚੀਜ਼ ਦਾ ਤੇ ਭਾਵੇਂ ਲੱਖ ਰੁਪਏ ਦੀ ਚੀਜ਼ ਦਾ, ਪਰ ਇਹ ਸਿਸਟਮ ਸਾਰਾ ਪਖੰਡ ਨਾਲ ਜੁੜ ਗਿਆ, ਯਾਨੀ ਕਿ ਮਨਮਤ ਨਾਲ ਜੁੜ ਗਿਆ। ਇਹ ਮਨਮਤ ਦੇ ਸਿਸਟਮ ਦੇ ਵਿੱਚੋਂ ਭਾਈ ਸਾਨੂੰ ਗੁਰੂ ਸਾਹਿਬ ਬਾਹਰ ਨਿਕਲਣ ਦਾ ਹੁਕਮ ਕਰਦੇ ਨੇ। ਮੈਨੂੰ ਲੱਗਦਾ ਵੀ ਇਦੋਂ ਵੱਡਾ ਲਾਂਭਾ ਤਾਂ, ਇਦੋਂ ਵੱਡੀ ਗੱਲ ਤਾਂ ਕੌਣ ਕਹਿ ਸਕਦਾ ਗਾ। ਇੱਕ ਤਾਂ ਹੈਰਾਨੀ ਦੀ ਗੱਲ ਆ, ਨਕਲੀ ਪਤੀ ਦਾ ਦਿਨ ਮਨਾਉਣਾ ਸ਼ੁਰੂ ਕਰਤਾ। ਹੈਰਾਨੀ ਦੀ ਗੱਲ ਆ, ਜਿਉਂਦਾ ਜਾਗਦਾ ਪਤੀ ਹੋਵੇ, ਅਣਖੀਲੀ ਪਤਨੀ, ਸੁਹਾਗਣ ਪਤਨੀ ਕੀ ਕਹੂਗੀ? ਖਬਰਦਾਰ ਮੇਰੇ ਕਨੀ ਕੋਈ ਝਾਕੂਗਾ। ਸਾਡੀਆਂ ਧੀਆਂ ਨੂੰ ਸਿੱਖਿਆ ਆਪਾਂ ਇਹੀ ਦਿੰਨੇ ਆ ਨਾ, ਸੁਹਾਗਣ ਦਾ ਰੁਤਬਾ ਉਹਦੇ ਕੋਲੇ ਹੈ। ਪਰ ਆਹ ਕੀ ਗੱਲ ਬਣੀ ਵੀ ਆਹ ਗੱਲ ਬਣ ਗਈ ਜਿਹੜੀ ਆਪਾਂ ਸੁਣ ਲਈ, ਇਹ ਮਨਮਤ ਆ। ਦੂਜੀ ਗੱਲ ਐਡਾ ਵੱਡਾ ਲਾਂਭਾ ਨੌਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਲਿਖਤਾ 873 ਨੰਬਰ ਅੰਗ ਤੇ। ਜੋ ਪਾਠ ਕਰਦੇ ਆ ਨੋਟ ਕਰ ਲਿਓ ਵੀ 873 ਨੰਬਰ ਅੰਗ ਤੇ ਲਿਖਿਆ, ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਨਾ ਉਹ ਰੰਡਿਆਂ 'ਚ ਤੇ ਨਾ ਉਹ ਸੁਹਾਗਣਾਂ 'ਚ ਜੋ ਇਸ ਪਖੰਡ ਦੇ ਵਿੱਚ ਫਸੇ ਨੇ। ਮੁਕਤ ਹੋਈਏ। ਇੱਥੇ ਹੋਰ ਵੀ ਕਾਫੀ ਮਤਲਬ ਕਹਾਣੀਆਂ ਨੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਬਾਣੀ ਵਿੱਚ ਬੜਾ ਸਮਝਾਇਆ ਗਾ। ਸੱਚਾ ਅਲਖ ਅਭਿਓ ਹਠ ਨਾ ਭਤੀਜੀ, ਇੱਕ ਗਾਵੇ ਰਾਗ ਪਰੀਆਂ ਰਾਗ ਨਾ ਭੀਜੀ। ਗੁਰੂ ਦੀ ਗੱਲ ਸੁਣ ਕੇ ਉਹਦੇ ਰਾਗ ਵਿੱਚ ਭਿੱਜ। ਇੱਕ ਅੰਨ ਨਾ ਖਾਹੇ ਮੂਰਖ, ਤਿੰਨਾ ਕਿਆ ਕੀਜੀ। ਕਹਿੰਦੇ ਜਿਹੜੇ ਅੰਨ ਨਹੀਂ ਖਾਂਦੇ ਉਹ ਮੂਰਖ ਨੇ। ਹਾਂ ਉੱਦਾਂ ਆਪਾਂ ਜਿਹੜੀ ਗੱਲ ਕੀਤੀ ਆ ਪਹਿਲਾਂ ਨਾ, ਲੋੜ ਮੁਤਾਬਕ ਖਾਣਾ ਰੋਜ਼ ਆ, ਖਾਣਾ ਲੋੜ ਮੁਤਾਬਕ ਆ, ਛੱਡਣਾ ਵੀ ਨਹੀਂ, ਜ਼ਿਆਦਾ ਵੀ ਨਹੀਂ ਖਾਣਾ, ਗਲਤ ਵੀ ਨਹੀਂ ਖਾਣਾ। ਉਹ ਤੁਸੀਂ ਸਾਰੇ ਗੱਲ ਸਮਝਦੇ ਹੋ। ਲਾਸਟ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਅੰਨੈ ਬਿਨਾ ਨਾ ਹੋਏ ਸੁਕਾਲ। ਅੰਨ ਤੋਂ ਬਿਨਾ ਸਾਡੀ ਜ਼ਿੰਦਗੀ ਦਾ ਵਿਕਾਸ ਨਹੀਂ ਹੋਵੇਗਾ। ਪਹਿਲੀ ਪੰਕਤੀ ਕੀ ਆ? ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ, ਜਗ ਮੈਂ ਵਕਤੇ ਦੁੱਧਾ ਧਾਰੀ। ਇਹ ਰੀਤ ਸ਼ੁਰੂ ਕਿਹਨੇ ਕੀਤੀ? ਪਖੰਡੀ ਬਾਬਿਆਂ ਨੇ, ਪੁਜਾਰੀਆਂ ਨੇ। ਉਹ ਕਹਿੰਦੇ ਅਸੀਂ ਦੁੱਧਾ ਧਾਰੀ ਹੁੰਨੇ ਆ। ਗੁਪਤੀ ਖਾਵੈ ਵਟਕਾ ਸਾਰੀ, ਇਹ ਉਹਨਾਂ ਤੋਂ ਸਿੱਖਿਆ ਲੈ ਕੇ, ਦੇਖੋ ਡੇਰੇ ਵਾਲੇ ਬਾਬਿਆਂ ਦੀ ਕਿੰਨੀ ਗੱਲ ਮੰਨ ਲਈ, ਉਹਨਾਂ ਤੋਂ ਸਿੱਖਿਆ ਲੈ ਕੇ ਕਹਾਣੀ ਸਾਡੇ ਨਾਲ ਜੁੜ ਗਈ ਆ ਕਿ ਗੁਪਤੀ ਲੁਕ ਕੇ ਦੁਨੀਆ ਦੇ ਉੱਠਣ ਤੋਂ ਪਹਿਲਾਂ ਗੁਪਤੀ ਖਾਵੈ ਵਟਕਾ ਸਾਰੀ। ਸਾਰਾ ਮਤਲਬ ਕਿ ਹੁੰਝਾ ਫਿਰ ਜਾਂਦਾ ਗਾ, ਫਰੂਟਾਂ ਨੂੰ ਵੀ ਹੁੰਝਾ ਫਿਰ ਜਾਂਦਾ। ਉੱਦਾਂ ਕਿਹਾ ਜਾਂਦਾ ਵੀ ਅੱਜ ਭਾਈ ਵਰਤ ਨੇ, ਕੁਛ ਖਾਣਾ ਪੀਣਾ ਨਹੀਂ ਗਾ। ਫਿਰ ਕੀ ਕਿਹਾ? ਅੰਨੈ ਬਿਨਾ ਨਾ ਹੋਏ ਸੁਕਾਲ, ਤਜਿਐ ਅੰਨ ਨਾ ਮਿਲੈ ਗੋਪਾਲ। ਨਾ ਤਾਂ ਅੰਨ ਛੱਡ ਕੇ ਪਤੀ ਦੀ ਉਮਰ ਵਧੇ, ਨਾ ਗੋਪਾਲ ਮਿਲੇ, ਨਾ ਰੱਬ ਮਿਲੇ, ਨਾ ਪਤੀ ਦੀ ਉਮਰ ਵਧੇ। ਦੋਨੇ ਗੱਲਾਂ ਹੀ ਦੱਸਦੀਆਂ ਇੱਥੇ ਪਾਤਸ਼ਾਹ ਜੀ। ਕਹਿੰਦੇ ਜੇ ਤਾਂ ਕੋਈ ਬਾਬਾ ਅੰਨ ਛੱਡਦਾ ਨਾ, ਵਾਹਿਗੁਰੂ ਬਾਬੇ ਦੇ ਚੱਕਰ 'ਚ ਅੰਨ ਛੱਡਦਾ, ਫਿਰ ਉਹ ਭਾਲਦਾ ਕੀ ਆ? ਮੈਨੂੰ ਰੱਬ ਮਿਲੇ। ਜਿਵੇਂ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਵੀ ਵਰਤ ਰੱਖੇ ਜਾਂਦੇ ਨੇ। ਹੋਣਗੇ ਤੁਹਾਡੇ ਵਿੱਚ ਦੂਰ ਨੇੜੇ ਆਸੇ ਪਾਸੇ ਕੋਈ ਰਿਸ਼ਤੇਦਾਰ ਭੈਣ ਭਰਾ ਜਿਹੜੇ ਕਿ ਪੁੰਨਿਆਂ ਨੂੰ ਵਰਤ ਰੱਖਦੇ ਨੇ। ਸੋਮਵਾਰ ਨੂੰ ਵੀ ਵਰਤ ਰੱਖੇ ਜਾਂਦੇ ਨੇ, ਉਹ ਕਹਿੰਦੇ ਸ਼ਿਵਜੀ ਭਗਵਾਨ ਦੇ ਆ। ਹੋਰ ਵੀ ਬਾਬਿਆਂ ਦੇ ਨਾਂ ਤੇ ਰੱਖੇ ਜਾਂਦੇ ਨੇ, ਕਹਿੰਦੇ ਰੱਬ ਨਹੀਂ ਮਿਲਦਾ। ਤਜਿਐ ਅੰਨ
ਨਾ ਮਿਲਿਆ ਗੋਪਾਲ। ਗੁਰੂ ਗੁਰੂ ਸਾਹਿਬ ਕਹਿੰਦੇ ਨਾ ਤਨ ਅੰਨ ਛੱਡ ਕੇ ਨਾ ਗੋਪਾਲ ਨਹੀਂ ਮਿਲਦਾ। ਫਿਰ ਅੱਗੇ ਕੀ ਲਿਖਦੇ ਨੇ ਪਾਤਸ਼ਾਹ ਜੀ, ਕਹਿੰਦੇ ਜ਼ਿੰਦਗੀ ਦੇ ਵਿੱਚ ਇਹ ਗੱਲ ਪੱਕੀ ਜਾਣੀ ਵੀ ਅੰਨ ਛੱਡ ਕੇ ਪਤਨੀ ਆਪਣੇ ਪਤੀ ਦੀ ਉਮਰ ਨਹੀਂ ਵਧਾ ਸਕਦੀ। ਚਲੋ ਵਾਹਿਗੁਰੂ ਭਲਾ ਕਰੇ, ਤੁਸੀਂ ਸਾਰਾ ਸਮਝ ਹੀ ਗਏ ਹੋਵੋਗੇ। ਫਿਰ ਪਤਨੀ ਦੇ ਸੰਬੰਧ 'ਚ ਪਤੀ ਕਿਉਂ ਨਹੀਂ ਭਾਈ ਵਰਤ ਰੱਖਦਾ ਗਾ, ਇੱਥੇ ਇੱਕ ਸਵਾਲ ਹੋ ਗਿਆ। 1 ਸਾਲ ਭੈਣਾਂ ਨੂੰ ਮਤਾ ਪਾ ਕੇ ਨਾ ਆਪਣੇ ਪਤੀਆਂ ਨੂੰ ਵੀ ਕਹਿ ਦੇਣਾ ਚਾਹੀਦਾ, ਤੁਸੀਂ ਤਾਂ ਸਿਆਣੇ ਬੈਠੇ ਹੋ, ਸਾਰੇ ਸੂਝਵਾਨ ਹੋ, ਵੀ ਸਾਡੇ ਵਾਸਤੇ ਤੁਸੀਂ ਨਾ ਹੁਣ ਵਰਤ ਰੱਖਣਾ ਸ਼ੁਰੂ ਕਰ ਦਿਓ। ਅਸੀਂ ਬੜੇ ਲੰਬੇ ਟਾਈਮ ਤੋਂ ਵਰਤ ਰੱਖਦੀਆਂ ਆਉਂਦੀਆਂ ਤੇ ਅਸੀਂ ਇਦੋਂ ਬਾਅਦ ਵਰਕਾ ਪਾੜਤਾ, ਤੇ ਤੁਸੀਂ ਹੁਣ ਇਹ ਸਾਡੇ ਵਾਲੀ ਜਿਹੜੀ ਗੱਲਬਾਤ ਆ ਨਾ ਤੁਸੀਂ ਅਪਣਾ ਲਓ ਭਾਈ। ਨਾ, ਗੁਰੂ ਸਾਹਿਬ ਕਹਿੰਦੇ ਇਸ ਪਖੰਡ ਤੋਂ ਮੁਕਤ ਹੋ ਜਾ। ਲਾਸਟ ਵਾਲੀ ਤੁਕ ਚ ਬਾਬਾ ਕਬੀਰ ਸਾਹਿਬ ਜ਼ਿਕਰ ਕਰਦੇ ਨੇ, ਕਹਿੰਦੇ ਕਹੋ ਕਬੀਰ ਹਮ ਐਸੇ ਜਾਣਿਆ, ਕਹੋ ਕਬੀਰ ਹਮ ਐਸੇ ਜਾਣਿਆ। ਫਿਰ ਕਹਿੰਦੇ ਨੇ ਧੰਨ ਅਨਾਦ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਧੰਨ ਹੈ, ਠਾਕੁਰ ਮਨ ਮਾਨਿਆ। ਉਹ ਲੋਕ ਵੀ ਧੰਨ ਨੇ ਜਿਨ੍ਹਾਂ ਨੇ ਠਾਕੁਰ ਪਰਮਾਤਮਾ ਦੀ ਮਾਲਕ ਦੀ ਗੱਲ ਨੂੰ ਸੁਣ ਕੇ ਮੰਨ ਲਿਆ। ਸੌਖਾ ਮੰਨ ਲਈਏ ਜਿਨ੍ਹਾਂ ਨੇ ਆਪਣੇ ਗੁਰੂ ਦੀ ਗੱਲ ਨੂੰ ਮੰਨ ਲਿਆ। ਗੁਰੂ ਕਿਹੜਾ ਹੋਵੇ? ਗੁਰੂ ਉਹ ਹੋਵੇ ਜਿਹੜਾ ਸਾਨੂੰ ਚੰਗੇ ਰਸਤੇ ਤੇ ਚੜਾਵੇ। ਉਹ ਗੁਰੂ ਨਾ ਹੋਵੇ ਜਿਹੜਾ ਆਪ ਵੀ ਡੁੱਬਿਆ ਹੋਇਆ ਤੇ ਹੋਰਾਂ ਨੂੰ ਵੀ ਡੋਬ ਦੇਵੇ। ਉਹ ਨਹੀਂ ਹੋਣਾ ਚਾਹੀਦਾ। ਜਾਣੀ ਕਿ ਮੰਨ ਲਓ ਮੂਰਤੀ ਕੀ ਸਿਖਾ ਦੂ ਸਾਨੂੰ, ਹੁਣ ਸਿਖਾ ਸਕਦੀ ਹੈ ਕੁਛ? ਨਾ, ਕੁਛ ਨਹੀਂ ਸਿਖਾਵੇਗੀ ਸਾਨੂੰ। ਫੋਟੋ ਕੋਈ ਪਲਾਸਟਿਕ ਦੀ, ਕਾਗਜ਼ ਦੀ, ਉਹ ਕੀ ਸਿਖਾਊ ਵਿਚਾਰੀ? ਕੁਛ ਨਹੀਂ ਸਿਖਾਉਣਾ ਉਹਨੇ। ਚਾਹੇ ਉਹ ਬਾਬੇ ਨਾਨਕ ਦੀ ਫੋਟੋ ਰੱਖ ਲਓ ਪੂਰਨਮਾਸੀ ਨੂੰ, ਚਾਹੇ ਕੋਈ ਅੱਜ ਦੇ ਦਿਨ ਦੇਵੀ ਦੇਵਤੀ ਦੀ, ਉਹ ਹੀ ਅਸ਼ਟਮੀ ਦੀ ਰੱਖ ਲਓ ਫੋਟੋ, ਬੱਚਿਆਂ ਸੰਬੰਧੀ ਰੱਖ ਲਓ, ਕੁਛ ਕਰ ਲਓ। ਮਤਲਬ ਜੇ ਗੁਰੂ ਹੈ ਤਾਂ ਉਹ ਜਿਉਂਦਾ ਜਾਗਦਾ ਗੁਰੂ, ਸ਼ਬਦ ਗੁਰੂ ਆ, ਉਹ ਸਾਨੂੰ ਸਿੱਧੇ ਰਸਤੇ ਤੇ ਭਾਈ ਚੜਾ ਸਕਦਾ ਹੈ। ਗੁਰੂ ਕਿਰਪਾ ਕਰੇ। ਜਿੰਨੀ ਕੁ ਆਪਾਂ ਸ਼ਬਦ ਦੀ ਵਿਚਾਰ ਕੀਤੀ ਆ, ਕੋਸ਼ਿਸ਼ ਕਰਿਓ ਆਪਣੀ ਜ਼ਿੰਦਗੀ 'ਚ ਅਪਣਾਇਓ। ਨਹੀਂ ਮਰਜ਼ੀ ਆਪਣੀ ਆ। ਗੁਰੂ ਪਾਤਸ਼ਾਹ ਦੇ ਦਰ ਘਰ ਦੇ ਸੰਬੰਧ ਵਿੱਚ ਆਪਾਂ ਤਾਂ ਹੋਕਾ ਮਾਰਨਾ, ਉਹ ਮਾਰਿਆਗਾ, ਤੇ ਅੱਗੇ ਮੰਨਣਾ ਨਾ ਮੰਨਣਾ ਉਹ ਆਪਣੀ ਮਰਜ਼ੀ ਆ ਭਾਈ। ਬਸ ਵੈਸੇ ਮੁਕਤ ਹੋਣ ਦੀ ਲੋੜ ਆ। ਅੱਜ ਆਪਾਂ ਇਹਨਾਂ ਪਖੰਡ ਰੀਤੀਆਂ ਤੋਂ ਮੁਕਤ ਹੋਈਏ। ਪੈਸਾ ਬਚਾ ਲਓ ਜੇ ਬਚਦਾ, ਕਿਸੇ ਕੋਲ ਹੀ ਬਚਦਾ, ਤੇ ਨਹੀਂ ਤਕਲੀਫਾਂ ਆਪਾਂ ਨੂੰ ਪਤਾ ਬਹੁਤ ਨੇ। ਦੁਨਿਆਵੀ ਤਲ ਤੇ ਵੀ ਅਤੇ ਮਾਨਸਿਕ ਤਲ ਤੇ ਵੀ ਅਸੀਂ ਪਰੇਸ਼ਾਨ ਹੁੰਨੇ ਆ। ਸਭ ਦਾ ਧੰਨਵਾਦ। ਭੁੱਲਾਂ ਦੀ ਖਿਮਾ। ਗੁਰੂ ਤੇ ਸੰਗਤ ਬਖਸ਼ਣਯੋਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ